ਹਸਤ ਖੇਲਤ ਤੇਰੇ ਦਿਉਰੇ ਆਇਆ। ਭਾਈ ਗੁਰਦਾਸ ਦੀਆਂ ਰਚਨਾਵਾਂ ਵਿੱਚੋਂ ਵਾਰ ਨੰਬਰ 35 ਪੌੜੀ ਨੰਬਰ 6। ਇੱਕ ਹੋਰ ਕਰਾਰਾ ਵਿਅੰਗ ਸੁਣੋ। ਸਭਨਾਂ ਦੇ ਸਿਰ ਗੁੰਦੀਨ ਗੰਜੀ ਗੁਰੜਾਵੈ। ਔਰਤਾਂ ਦੇ ਵਿੱਚ ਸਿਰ ਨਹਾ ਕੇ ਕੰਘਾ ਕਰਕੇ ਤੇਲ ਲਾ ਕੇ ਇਸੇ ਤਰ੍ਹਾਂ ਵਾਲਾਂ ਨੂੰ ਸੰਭਾਲਣ ਦਾ ਇੱਕ ਪਰੰਪਰਾ ਹੈ। ਵਾਲਾਂ ਨੂੰ ਸੰਭਾਲ ਕੇ ਰੱਖਣ ਦਾ ਸ਼ੌਂਕ ਹੈ। ਅਤੇ ਜਿਹੜੀ ਗੰਜੀ ਔਰਤ ਹੈ, ਸਿਰ ਦੇ ਵਿੱਚ ਵਾਲ ਤਾਂ ਆਪਣੇ ਨਹੀਂ ਹਨ, ਉਹ ਦੂਜਿਆਂ ਨੂੰ ਟਾਂਚਾ ਮਾਰਦੀ ਹੈ। ਕਹਿੰਦੀ ਲੈ ਸ਼ਰਮ ਨਹੀਂ ਆਉਂਦੀ ਹੈ, ਸਾਰਾ ਦਿਨ ਵਾਲ ਵਾਹੀ ਜਾਂਦੀਆਂ ਨੇ, ਬੈਠੀਆਂ ਸ਼ਿੰਗਾਰ ਕਰੀ ਜਾਂਦੀਆਂ ਨੇ। ਉਹ ਇਸੇ ਤਰ੍ਹਾਂ ਬੁੜਬੁੜ ਕਰਦੀ ਰਹਿੰਦੀ ਹੈ, ਕਿਉਂਕਿ ਉਹਦੇ ਸਿਰ ਦੇ ਉੱਤੇ ਵਾਲ ਤਾਂ ਆਪਣੇ ਨਹੀਂ ਹੈਗੇ, ਪਰ ਦੂਜਿਆਂ ਨੂੰ ਬਰਦਾਸ਼ਤ ਨਹੀਂ ਕਰਦੀ। ਇਹ ਸਾਡੇ ਸਾਰਿਆਂ ਦੇ ਉੱਤੇ ਟਾਂਚਾ ਮਾਰੀਆਂ ਨੇ ਭਾਈ ਗੁਰਦਾਸ ਨੇ ਕਿ ਕਰਤਾ ਤੁਸੀਂ ਕੁਝ ਆਪ ਨਹੀਂ ਰਹੇ, ਪਰ ਨੁਕਸ ਦੂਜਿਆਂ ਦੇ ਵਿੱਚ ਕੱਢੀ ਜਾਂਦੇ ਹੋ। ਸਾਡੇ ਆਮ ਸਿੱਖਾਂ ਦੇ ਵਿੱਚ ਇਹੋ ਹੀ ਪਰੰਪਰਾ ਬਣ ਗਈ ਹੈ। ਅਰਦਾਸ ਕਰ ਲਓ, ਮੰਤਰ ਜਾਪ ਕਰ ਲਓ, ਮਾਲਾ ਫੇਰ ਲਓ, ਪਾਠ ਕਰਾ ਦਿਓ, ਗੁਰਦੁਆਰੇ ਮੱਥਾ ਟੇਕ ਆਓ। ਇਹ ਕੰਮਾਂ ਤੋਂ ਸਿਵਾਏ ਆਪ ਹੱਥੀਂ ਕੰਮ ਕਰਨਾ ਕੁਝ ਨਹੀਂ। ਉਂਝ ਕਹੀ ਜਾਣਗੇ ਲੈ ਤੂੰ ਕੀ ਕਰਦਾ ਹੈ, ਮੈਂ ਤਾਂ ਸਵੇਰੇ ਨਿਤਨੇਮ ਕੀਤਾ ਸੀ, ਤੂੰ ਕਿਹੜਾ ਗੁਰਦੁਆਰੇ ਜਾਂਦਾ ਹੈ। ਕੋਈ ਆਊਟਪੁੱਟ ਆਪਣੀ ਜ਼ਿੰਦਗੀ ਦੀ ਹੈ ਕੋਈ ਨਹੀਂ, ਲੋਕਾਂ ਦਾ ਭਲਾ ਕਰਨਾ ਕੋਈ ਨਹੀਂ, ਬਸ ਗੱਪਾਂ ਮਾਰੀ ਜਾਣੀਆਂ ਨੇ ਜਾਂ ਦੂਜਿਆਂ ਦੇ ਵਿੱਚ ਨੁਕਸ ਕੱਢੀ ਜਾਣੇ ਨੇ, ਦੂਜਿਆਂ ਦੇ ਉੱਤੇ ਕੁੜੀ ਜਾਣਾ। ਇਹੋ ਹੀ ਕੁਛ ਆਮ ਸਮਾਜ ਦੇ ਵਿੱਚ ਹੋ ਰਿਹਾ। ਉਹ ਉਦਾਹਰਣਾਂ ਦਿੱਤੀਆਂ ਨੇ ਭਾਈ ਗੁਰਦਾਸ ਨੇ। ਅਤੇ ਆਓ ਅੱਗੇ ਸੁਣੋ। ਕੰਨ ਤਨੌੜੇ ਕਾਮਣੀ ਬੂੜੀ ਬਰੜਾਵੈ। ਕੰਨਾਂ ਦੇ ਵਿੱਚ ਮੁਰਕੀਆਂ ਕਾਂਟੇ ਵਾਲੇ ਔਰਤਾਂ ਆਮ ਤੌਰ 'ਤੇ ਪਾਉਂਦੀਆਂ ਨੇ। ਪਰੰਪਰਾਵਾਂ ਆਪੋ ਆਪਣੇ ਲੋਕਾਂ ਦੀਆਂ ਬਣੀਆਂ ਹੋਈਆਂ ਨੇ। ਸੁੰਦਰਤਾ ਵਾਸਤੇ ਗਹਿਣੇ ਗੱਟੇ ਪਾਉਣਾ ਜ਼ਿੰਦਗੀ ਦਾ ਇੱਕ ਹਿੱਸਾ ਬਣਿਆ ਹੋਇਆ ਔਰਤਾਂ ਵਾਸਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੀਆਂ ਤਾਂ ਔਰਤਾਂ ਕੰਨਾਂ 'ਚ ਨੱਕ 'ਚ ਜਿੱਥੇ ਵੀ ਉਹਨਾਂ ਦਾ ਦਿਲ ਕਰੇ ਗਹਿਣੇ ਪਾ ਲੈਂਦੀਆਂ ਨੇ, ਪਰ ਜਿਹੜੀ ਕੰਨਾਂ ਤੋਂ ਬੁੱਚੀ ਹੈ, ਭਾਵ ਕਿ ਕੰਨ ਤਾਂ ਆਪਣੇ ਨਹੀਂ ਹੈਗੇ ਉਹਦੇ, ਅਤੇ ਉਹ ਇਹਨਾਂ 'ਤੇ ਟਾਂਚਾ ਮਾਰਦੀ ਹੈ ਕਿ ਲੈ ਇਹਨਾਂ ਨੂੰ ਸ਼ਿੰਗਾਰ ਤੋਂ ਬਿਨਾਂ ਹੋਰ ਕੋਈ ਸੁਝਦਾ ਹੀ ਨਹੀਂ ਹੈ, ਗਹਿਣੇ ਪਾਈ ਬੈਠੀਆਂ ਨੇ, ਇਹਨਾਂ ਨੇ ਸ਼ਰਮ ਹੀ ਲਾਹਤੀ ਹੈ। ਉਹ ਇੱਦਾਂ ਬਰੜਾਉਂਦੀ ਹੈ। ਨੱਕਾ ਨੱਥ ਨਵੇਲੀਆਂ ਨਕਟੀ ਨਾ ਸੁਖਾਵੈ। ਅਤੇ ਪੁਰਾਣੇ ਸਮਿਆਂ 'ਚ ਤਾਂ ਲੰਮੀਆਂ ਨੱਥਾਂ ਔਰਤਾਂ ਨੱਕਾਂ ਦੇ ਵਿੱਚ ਪਾਉਂਦੀਆਂ ਸੀ। ਉਹਦੇ ਪੱਤੇ ਜੇ ਜਾਂ ਕੁੰਡਾ ਜਾਂ ਨੱਕ ਦੇ ਵਿੱਚੋਂ ਪਾ ਕੇ ਹੇਠਾਂ ਤੱਕ ਲਟਕਦਾ ਰਹਿੰਦਾ ਸੀ। ਪੰਜਾਬ ਤੋਂ ਬਾਹਰ ਹਿੰਦੂ ਸਮਾਜ ਦੇ ਵਿੱਚ ਕਈਆਂ ਥਾਵਾਂ 'ਤੇ ਅੱਜ ਤੱਕ ਵੀ ਇਹ ਨੱਕਾਂ 'ਚ ਨੱਥਾਂ ਆਮ ਤੌਰ 'ਤੇ ਔਰਤਾਂ ਪਾਉਂਦੀਆਂ ਨੇ। ਇੱਥੇ ਇਹ ਨਾ ਸਮਝ ਲਿਆ ਜਾਵੇ ਕਿ ਭਾਈ ਗੁਰਦਾਸ ਜੀ ਇਹਦੀ ਕੋਈ ਹਮਾਇਤ ਕਰ ਰਹੇ ਨੇ, ਉਹ ਉਦਾਹਰਣਾਂ ਦੇ ਕੇ ਸਮਝਾ ਰਹੇ ਨੇ। ਨੱਥਾਂ ਨੱਕ ਨਵੇਲੀਆਂ ਨਕਟੀ ਨਾ ਸੁਖਾਵੈ। ਆਮ ਔਰਤਾਂ ਤਾਂ ਸੁੰਦਰਤਾ ਵਧਾਉਣ ਵਾਸਤੇ ਆਪਣੀ ਪਰੰਪਰਾ ਦੇ ਮੁਤਾਬਕ ਨੱਕ 'ਚ ਨੱਥਾਂ ਪਾ ਲੈਂਦੀਆਂ ਨੇ, ਪਰ ਜਿਹਦਾ ਨੱਕ ਹੀ ਨਹੀਂ ਹੈ, ਨਕਟੀ ਹੈ, ਅਤੇ ਉਹਨੂੰ ਇਹ ਚੰਗਾ ਨਹੀਂ ਲੱਗਦਾ। ਉਹ ਇਹਨਾਂ ਦੇ ਵਿੱਚ ਹੀ ਨੁਕਸ ਕੱਢੀ ਜਾਂਦੀ ਹੈ। ਕੱਜਲ ਅੱਖੀਂ ਹਰਣਾਖੀਆਂ ਕਾਣੀ ਕੁਰਲਾਵੈ। ਸੋਹਣੀਆਂ ਔਰਤਾਂ ਜਿਨ੍ਹਾਂ ਦੀਆਂ ਅੱਖਾਂ ਹਿਰਨੀਆਂ ਵਰਗੀਆਂ ਨੇ, ਉਹ ਉਹਨਾਂ ਨੂੰ ਸੁੰਦਰ ਬਣਾਉਣ ਵਾਸਤੇ ਸੁਰਮਾ ਆਦਿਕ ਪਾ ਲੈਂਦੀਆਂ ਨੇ, ਅਤੇ ਉਹਨਾਂ ਦੀ ਸੁੰਦਰਤਾ ਦੇ ਵਿੱਚ ਹੋਰ ਵਾਧਾ ਹੋ ਜਾਂਦਾ। ਪਰ ਕਾਣੀ ਔਰਤ ਉਹਨਾਂ ਨੂੰ ਵੇਖ ਕੇ ਕ੍ਰਿਜਦੀ ਹੈ, ਗੁੱਸੇ ਹੁੰਦੀ ਹੈ, ਅਤੇ ਉਹਨਾਂ ਨੂੰ ਟਾਂਚਾ ਮਾਰਦੀ ਹੈ, ਨੁਕਸ ਕੱਢਦੀ ਹੈ। ਲੈ ਕੇ ਸੁਰਮੇ ਬਿਨਾਂ ਗੱਡਾ ਖੜਾ ਕੋਈ, ਕਿਉਂ ਸੁਰਮਾ ਜ਼ਰੂਰ ਪਾਉਣਾ। ਆਪਣੀ ਉਹਦੀ ਅੱਖ ਕਾਣੀ ਹੈ, ਪਰ ਨੁਕਸ ਦੂਜਿਆਂ 'ਚ ਕੱਢਦੀ ਹੈ। ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੈ। ਸਾਰੀਆਂ ਔਰਤਾਂ ਜਦੋਂ ਤੁਰਦੀਆਂ ਨੇ ਉਹਨਾਂ ਦੀ ਚਾਲ ਬੜੀ ਮਸਤਾਨੀ ਹੈ, ਸੋਹਣੀ ਹੈ, ਹਰ ਇੱਕ ਦੇ ਮਨ ਨੂੰ ਭਾਉਂਦੀ ਹੈ, ਪਰ ਜਿਹੜੀ ਲੰਗੜੀ ਹੈ ਉਹਨੂੰ ਨਹੀਂ ਚੰਗਾ ਲੱਗਦਾ। ਤੁਰ ਤਾਂ ਆਪ ਨਹੀਂ ਹੁੰਦਾ ਉਹ ਤੋਂ, ਪਰ ਦੂਜਿਆਂ ਨੂੰ ਕਹਿੰਦੀ ਹੈ ਕਿ ਲੈ ਹੁਣ ਕਿਵੇਂ ਦੇਖ ਮਟਕ ਮਟਕ ਕੇ ਤੁਰਦੀਆਂ ਨੇ, ਅਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ। ਲੋਕੀ ਕੋਲੋਂ ਦੀ ਲੰਘ ਰਹੇ ਨੇ, ਉਹ ਕੀ ਸੋਚਦੇ ਹੋਣਗੇ। ਤੁਹਾਨੂੰ ਤਾਂ ਆਪਣੇ ਤੋਰ ਦੇ ਉੱਤੇ ਮਾਣ ਹੋਇਆ ਫਿਰਦਾ। ਐਦਾਂ ਨਹੀਂ ਕਰੀਦਾ ਹੁੰਦਾ, ਸੰਭਲ ਕੇ ਰਹੀਦਾ ਹੁੰਦਾ। ਲੰਗੜੀ ਆਪ ਹੈ ਅਤੇ ਚਾਲ ਦੇ ਵਿੱਚ ਦੂਜਿਆਂ ਦੇ ਵਿੱਚ ਨੁਕਸ ਕੱਢੀ ਜਾ ਰਹੀ ਹੈ। ਗਣਤ ਗਣੈ ਗੁਰਦੇਵ ਦੀ ਤਿਸ ਦੁੱਖ ਵਿਹਾਵੈ। ਜਿਹੜਾ ਗੁਰੂ ਦੇ ਵਰਗਾ ਬਣਨ ਦਾ ਨਾਟਕ ਕਰਦਾ ਕਿ ਮੈਂ ਸੰਤ ਹਾਂ, ਮੈਂ ਸਾਧ ਹਾਂ, ਮੈਂ ਗੁਰੂ ਹਾਂ, ਪਰ ਗੁਣ ਇੱਕ ਵੀ ਨਹੀਂ ਹੈ। ਸਾਰਾ ਕੁਝ ਆਪਣੇ ਆਪ ਦੇ ਵਿੱਚ ਉਹ ਬਣਾ ਹੀ ਨਹੀਂ ਸਕਿਆ, ਆਪਣੇ ਆਪ ਨੂੰ ਤਿਆਰ ਕਰ ਹੀ ਨਹੀਂ ਸਕਿਆ। ਔਗੁਣਾਂ ਨਾਲ ਭਰਿਆ ਹੋਇਆ, ਗੁਣਾਂ ਤੋਂ ਖਾਲੀ ਹੈ, ਪਰ ਉਹ ਰੀਸ ਵੱਡਿਆਂ ਵੱਡਿਆਂ ਦੀ ਕਰਨ ਦਾ ਦਾਅਵਾ ਕਰਦਾ, ਬਲਕਿ ਕਈ ਵਾਰੀ ਤਾਂ ਦੂਜਿਆਂ ਦੇ ਵਿੱਚ ਨੁਕਸ ਕੱਢਣਾ ਸ਼ੁਰੂ ਕਰ ਦਿੰਦਾ ਕਿ ਤੁਹਾਡੇ ਗੁਰੂ ਨੇ ਕੀ ਕੀਤਾ, ਤੁਹਾਡੇ ਸਿੱਖਾਂ ਨੇ ਕੀ ਕੀਤਾ, ਤੁਸੀਂ ਅੱਜ ਕੀ ਕਰ ਰਹੇ ਹੋ। ਆਪਣੇ ਆਪ ਨੂੰ ਕੁਝ ਵੀ ਨਾ ਹੋਣ ਦੇ ਬਾਵਜੂਦ ਮਹਾਨ ਦੱਸੀ ਜਾਵੇਗਾ। ਗਣਤ ਗਣੈ ਗੁਰਦੇਵ ਦੀ ਤਿਸ ਦੁੱਖ ਵਿਹਾਵੈ। ਅੰਤ ਨੂੰ ਇਹ ਬੰਦਾ ਫਿਰ ਦੁੱਖਾਂ 'ਚ ਹੀ ਡੁੱਬ ਜਾਂਦਾ ਹੈ। ਲੋਕੀ ਇਹਦੀ
ਜਿਹੜੀ ਇਹੋ ਜਿਹੀ ਕੀਤੀ ਕਰਤੂਤ ਹੈ ਉਹਦੀ ਅਸਲੀਅਤ ਸਮਝ ਜਾਂਦੇ ਨੇ। ਫਿਰ ਇਹਨੂੰ ਕੋਈ ਮੂੰਹ ਨਹੀਂ ਲਾਉਂਦਾ ਕਿ ਇਹ ਤਾਂ ਝੂਠ ਦੀਆਂ ਪੰਡਾਂ ਸਿਰ ਤੇ ਚੁੱਕੀ ਫਿਰਦਾ, ਆਪ ਇਹਦੇ ਵਿੱਚ ਗੁਣ ਕੋਈ ਨਹੀਂ ਤੇ ਦੂਜਿਆਂ ਦੇ ਵਿੱਚ ਹੀ ਨੁਕਸ ਕੱਢਣ ਤੇ ਲੱਗਿਆ ਹੋਇਆ। ਕਿਉਂ ਹੈ ਨਾ ਕਮਾਲ ਦਾ ਵਿਅੰਗ। ਇਹਦੇ ਤਾਂ ਖੂਬ ਰੱਜ ਕੇ ਹੱਸਣਾ ਚਾਹੀਦਾ। ਹੱਸਣ ਤੋਂ ਬਿਨਾਂ ਖੂਨ ਨਹੀਂ ਵੱਧਦਾ, ਤੰਦਰੁਸਤੀ ਨਹੀਂ ਆਉਂਦੀ। ਦਵਾਈਆਂ ਆਪਣੀ ਥਾਂ 'ਤੇ ਨੇ, ਪਰ ਜੇ ਸਦਾ ਤੁਸੀਂ ਖੁਸ਼ ਰਹੋਗੇ ਬਹੁਤੀਆਂ ਦਵਾਈਆਂ ਖਾਣ ਦੀ ਲੋੜ ਹੀ ਨਹੀਂ ਪਵੇਗੀ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਇਹ ਵਿਅੰਗ ਵਾਰ ਨੰਬਰ 36 ਪੌੜੀ ਨੰਬਰ 2 ਦੇ ਵਿੱਚੋਂ ਲਿਆ ਗਿਆ ਹੈ। ਇਹਦੇ ਵਿੱਚ ਵੀ ਭਾਈ ਗੁਰਦਾਸ ਨੇ ਬਣਾਵਟੀ ਜਿਹੜੇ ਲੋਕ ਨੇ, ਵਿਖਾਵਾ ਕਰਦੇ ਨੇ, ਜਿਹੜੇ ਆਪਣੀ ਮਾਮੂਲੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਨੇ, ਗੁਣ ਤਾਂ ਹੈ ਕੋਈ ਨਹੀਂ ਪਰ ਫੜਾਂ ਬਹੁਤ ਵੱਡੀਆਂ ਮਾਰਦੇ ਨੇ, ਉਹਨਾਂ ਦਾ ਕੂੜ ਕੁਫਰ ਭਾਈ ਗੁਰਦਾਸ ਨੇ ਇੱਥੇ ਨੰਗਾ ਕੀਤਾ ਹੈ। ਇਹਨੂੰ ਬਹੁਤ ਵਾਰੀ ਆਪਾਂ ਬੋਲ ਚਾਲ ਦੇ ਵਿੱਚ ਸੁਣਿਆ ਹੋਣਾ, ਪਰ ਸਾਰੀ ਪੌੜੀ ਸਾਹਮਣੇ ਆਉਣ ਤੋਂ ਬਿਨਾਂ ਇਹਦੀ ਪੂਰੀ ਸਮਝ ਨਹੀਂ ਆਉਂਦੀ। ਭਾਈ ਸਾਹਿਬ ਜੀ ਕਹਿੰਦੇ ਨੇ, ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ। ਹੁਣ ਇੱਥੇ ਇਹ ਨਾ ਸਮਝ ਲਿਆ ਜਾਵੇ ਕਿ ਸੱਚਮੁੱਚ ਇਸ ਤਰ੍ਹਾਂ ਹੋਇਆ, ਕਿਉਂਕਿ ਗਿੱਦੜ ਤਾਂ ਬੋਲਣ ਨਹੀਂ ਜਾਣਦਾ ਤੇ ਨਾ ਉਹਦੇ ਪੰਛੀ, ਉਹਦੇ ਪਸ਼ੂ ਸੰਗੀ ਸਾਥੀ ਜੰਗਲ ਦੇ ਵਿੱਚ ਇੰਨੇ ਅਕਲਮੰਦ ਨੇ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਉਹ ਸਮਝਦੇ ਹੋਣ। ਇਹ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਨੇ ਤੇ ਹੈ ਬੜੀਆਂ ਕਮਾਲ ਵਿਅੰਗਾਤਮਕ ਤਰੀਕੇ ਦੇ ਵਿੱਚ ਚੰਗੇ ਕਟਾਕਸ ਕੀਤੇ ਗਏ ਨੇ। ਜਿਵੇਂ ਕਿ ਮੰਨਿਆ ਗਿਆ ਸਮਾਜ ਦੇ ਵਿੱਚ ਪ੍ਰਚਲਿਤ ਹੈ ਇਹ ਧਾਰਨਾ ਕਿ ਲਲਾਰੀ ਅੱਗੇ ਕੱਪੜੇ ਰੰਗਣ ਵਾਲੇ ਕਿਸੇ ਮੱਟ ਦੇ ਵਿੱਚ ਰੰਗਿਆ ਪਾਣੀ ਰੱਖ ਲੈਂਦੇ ਸਨ। ਜਿਹੜੇ ਲੋਕ ਕੱਪੜੇ ਰੰਗਾਉਣ ਆਉਂਦੇ ਸਨ, ਦੋਵਾਂ ਚੌਹਾਂ ਮੱਟਾਂ ਦੇ ਵਿੱਚ ਰੰਗ ਹੁੰਦੇ ਸੀ ਰੱਖੇ, ਤੇ ਉਹਨੂੰ ਡੋਬ ਕੇ ਇੱਕ ਮੱਟ ਦੇ ਵਿੱਚੋਂ ਕੱਢ ਕੇ ਦੇ ਦਿੰਦੇ ਸੀ, ਲੈ ਭਾਈ ਰੰਗਿਆ ਗਿਆ, ਸੁਕਾ ਕੇ ਤੈਨੂੰ ਦੇ ਦਿੰਦੇ ਆ। ਤੋ ਇਸ ਤਰ੍ਹਾਂ ਕਹਿੰਦੇ ਇੱਕ ਦਿਨ ਗਿੱਦੜ ਸੀ ਜਿਹੜਾ ਉੱਥੇ ਪਾਣੀ ਪੀਣ ਆਇਆ ਤੇ ਉਹ ਪਾਣੀ ਪੀਂਦਿਆਂ ਮੱਟ ਦੇ ਵਿੱਚ ਕਿਤੇ ਗਿਰ ਗਿਆ। ਉਹਦਾ ਵੀ ਸਰੀਰ ਰੰਗਿਆ ਗਿਆ ਤੇ ਉਹਨੇ ਪਹਿਲਾਂ ਤਾਂ ਬੜਾ ਘਬਰਾਇਆ, ਪਰ ਜੰਗਲ ਦੇ ਵਿੱਚ ਜਾਂਦੇ ਜਾਂਦਿਆਂ ਉਹਦੇ ਸਰੀਰ ਤੋਂ ਪਾਣੀ ਸੁੱਕ ਗਿਆ ਤੇ ਰੰਗ ਬਾਕੀ ਰਹਿ ਗਿਆ। ਤੇ ਉਹਨੇ ਜਾ ਕੇ ਐਲਾਨ ਕਰ ਦਿੱਤਾ ਕਿ ਮੈਂ ਭਾਈ ਜੰਗਲ ਦਾ ਸ਼ੇਰ ਹਾਂ, ਬਾਦਸ਼ਾਹ ਮੈਂ ਹਾਂ। ਤੇ ਬਾਕੀ ਜੀਵ ਵੀ ਸਾਰੇ ਥਰ ਥਰ ਕੰਬਣ ਲੱਗ ਪਏ, ਡਰ ਪਏ ਤੇ ਉਹ ਭੂਤਰਿਆ ਫਿਰੇ, ਸਾਰਿਆਂ ਤੇ ਹੁਕਮ ਚਲਾਵੇ। ਪਰ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਇ ਕੈ ਪਾਖੰਡ ਕਮੱਤਾ। ਉਹਨੇ ਜੰਗਲ ਦੇ ਵਿੱਚ ਜਾ ਕੇ ਪਖੰਡ ਕੀਤਾ ਕਿ ਮੈਂ ਤਾਂ ਸ਼ੇਰ ਹਾਂ। ਦਰ ਸੇਵਾ ਮਿਰਗਾਵਲੀ ਹੋਏ ਬਹਿ ਅਵੱਤਾ। ਸਾਰੇ ਮਿਰਗ ਅਤੇ ਹੋਰ ਜਿਹੜੇ ਡਰਨ ਵਾਲੇ ਕਮਜ਼ੋਰ ਜਾਨਵਰ ਸੀ ਉਹਦੇ ਅੱਗੇ ਸਿਰ ਝੁਕਾ ਕੇ ਬੈਠ ਗਏ। ਜਿਹੜਾ ਉਹ ਕਹਿੰਦਾ ਸੀ ਉਹ ਕਹਿਣਾ ਮੰਨਣ ਲੱਗ ਪਏ। ਹੁਣ ਇਹ ਬੰਦਿਆਂ ਦੀ ਗੱਲ ਹੈ, ਨਾ ਕਿ ਜੀਵਾਂ ਦੀ। ਜੀਵ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਵ ਕਿ ਬਣਾਵਟੀ ਚੌਧਰੀ, ਬਣਾਵਟੀ ਰਾਜੇ ਤੇ ਬਣਾਵਟੀ ਬਹਾਦਰ ਉਹ ਵੀ ਲੋਕਾਂ ਨੂੰ ਆਪਣੇ ਚਾਲਾਂ ਦੇ ਨਾਲ, ਧੋਖੇਬਾਜ਼ੀਆਂ ਨਾਲ ਡਰਾ ਲੈਂਦੇ ਨੇ ਤੇ ਅਣਜਾਣ ਲੋਕ ਉਹਦੇ ਅੱਗੇ ਸਿਰ ਨਿਵਾ ਕੇ ਮੱਥੇ ਟੇਕ ਦਿੰਦੇ ਨੇ, ਡਰ ਜਾਂਦੇ ਨੇ ਤੇ ਕਈ ਵਾਰੀ ਤਾਂ ਬਹੁਤ ਸਾਰਾ ਧਨ ਦੌਲਤ ਵੀ ਉਹਦੇ ਹਵਾਲੇ ਕਰ ਦਿੰਦੇ ਨੇ ਕਿ ਪਤਾ ਨਹੀਂ ਕੋਈ ਸਾਡਾ ਬਹੁਤਾ ਨੁਕਸਾਨ ਹੀ ਨਾ ਕਰ ਦੇਵੇ। ਦਰ ਸੇਵਾ ਮਿਰਗਾਵਲੀ ਹੋਏ ਬਹਿ ਅਵੱਤਾ, ਕਰੈ ਹਕੂਮਤ ਅਗਲੀ ਕੂੜੈ ਮਦਮੱਤਾ। ਆਪਣੇ ਵੱਲੋਂ ਉਹ ਹੁਕਮ ਚਲਾ ਰਿਹਾ ਸਾਰਿਆਂ ਤੇ ਕਿ ਮੈਂ ਬਾਦਸ਼ਾਹ ਹਾਂ, ਤੇ ਉਹ ਇਸ ਹੰਕਾਰ ਦੇ ਵਿੱਚ ਭਰ ਗਿਆ। ਕੂੜੇ ਮਦਮੱਤਾ, ਬੋਲਣ ਪਾਜ ਉਘਾੜਿਆ ਜੋ ਮੂਲੀ ਪੱਤਾ। ਉਹ ਕਿਤੇ ਹੋਰ ਗਿੱਦੜ ਨੇ ਚੀਕ ਮਾਰ ਦਿੱਤੀ ਜੰਗਲ ਦੇ ਵਿੱਚ, ਤਾਂ ਇਹ ਜਿਹੜਾ ਗਿੱਦੜ ਸੀ ਰੰਗਿਆ ਹੋਇਆ, ਸ਼ੇਰ ਬਣਿਆ ਹੋਇਆ ਸੀ, ਇਹ ਤੋਂ ਰਹਿ ਨਾ ਹੋਇਆ। ਇਹ ਵੀ ਉਸ ਗਿੱਦੜ ਵਾਂਗੂ ਚੀਕ ਪਿਆ, ਕਿਉਂਕਿ ਅਸਲ ਦੇ ਵਿੱਚ ਤਾਂ ਗਿੱਦੜ ਹੀ ਸੀ, ਇਹ ਪਖੰਡ ਕਰ ਰਿਹਾ ਸੀ। ਤਾਂ ਜਦੋਂ ਦੂਜੇ ਗਿੱਦੜ ਦੇ ਮੁਤਾਬਕ ਇਹ ਵੀ ਚੀਕਾਂ ਮਾਰਨ ਲੱਗ ਪਿਆ ਤੇ ਸਾਰੇ ਆਲੇ ਦੁਆਲੇ ਜਿਹੜੇ ਜਾਨਵਰ ਬੈਠੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਅਸਲੀ ਸ਼ੇਰ ਨਹੀਂ ਹੈ, ਇਹ ਬਣਾਵਟੀ ਸ਼ੇਰ ਸੀ, ਕੇਵਲ ਕਿਤੋਂ ਆਪਣੇ ਬਾਹਰੀ ਸਰੀਰ ਨੂੰ ਰੰਗ ਕੇ ਆਇਆ ਸੀ। ਆਪਾਂ ਤਾਂ ਲੁੱਟੇ ਗਏ, ਧੋਖੇ 'ਚ ਆਏ ਹੋਏ ਸੀ। ਤਿਉ ਦਰਗਹਿ ਮੀਣਾ ਮਾਰੀ ਹੈ ਕਰ ਕੂੜ ਕਪੱਤਾ। ਇੱਥੇ ਮੀਸਣਿਆਂ ਦੀ ਗੱਲ ਹੋ ਰਹੀ ਹੈ, ਮੀਣਿਆਂ ਦੀ ਗੱਲ ਹੋ ਰਹੀ ਹੈ। ਪ੍ਰਿਥੀ ਚੰਦ ਤੇ ਇਸੇ ਤਰ੍ਹਾਂ ਧੀਰਮਲ ਆਦਿਕ, ਸ੍ਰੀ ਚੰਦ ਆਦਿਕ, ਉਹ ਜਿਹੜੇ ਗੁਰੂ ਘਰ ਨੂੰ ਧੋਖਾ ਦਿੰਦੇ ਸੀ ਤੇ ਆਪ ਗੁਰੂ ਬਣੀ ਬੈਠੇ ਸੀ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਦੇ ਸੀ, ਬਰਾਬਰ ਗੱਦੀਆਂ ਲਾਉਂਦੇ ਸੀ, ਉਹਨਾਂ ਦਾ ਇਹ ਪਾਜ ਉਘੇੜਿਆ ਭਾਈ ਗੁਰਦਾਸ ਜੀ ਨੇ ਕਿ ਤੁਹਾਡਾ ਵੀ ਇਹੀ ਹਾਲ ਹੋਵੇਗਾ ਜਿਵੇਂ ਲਲਾਰੀ ਦੇ ਮੱਟ ਵਿੱਚ ਪਏ ਗਿੱਦੜ ਦਾ ਹੋਇਆ ਸੀ। ਤੁਸੀਂ ਕੁਝ ਸਮੇਂ ਵਾਸਤੇ ਤਾਂ ਆਪਣੀਆਂ ਗੱਦੀਆਂ ਚਮਕਾ ਲਓਗੇ, ਪਰ ਇਹ ਬਹੁਤਾ ਚਿਰ ਨਹੀਂ ਚੱਲਣੀਆਂ, ਕਿਉਂਕਿ ਤੁਹਾਡੇ ਪੱਲੇ ਹੈ ਕੁਛ ਨਹੀਂ। ਤੇ ਇੱਥੇ ਆਪਾਂ
ਇਹਨੂੰ ਦੁਬਾਰਾ ਸੰਖੇਪ ਰੂਪ ਦੇ ਵਿੱਚ ਵਿਚਾਰ ਲਈਏ ਕਿ ਸਿੱਖ ਭਾਈਓ ਸੁਣੋ। ਇੱਕ ਗਿੱਦੜ ਲੰਘਦੇ ਹੋਏ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਕੇ ਰੰਗਿਆ ਗਿਆ। ਜੰਗਲ ਵਿੱਚ ਜਾ ਕੇ ਉਸਨੇ ਐਲਾਨ ਕਰ ਦਿੱਤਾ ਕਿ ਮੈਂ ਜੰਗਲ ਦਾ ਬਾਦਸ਼ਾਹ ਸ਼ੇਰ ਹਾਂ। ਕਮਜ਼ੋਰ ਜੀਵ ਸਾਰੇ ਸਿਰ ਨਵਾ ਕੇ ਹੁਕਮ ਮੰਨਣ ਲੱਗ ਪਏ। ਖੁਦ ਇਹ ਹੰਕਾਰ ਵਿੱਚ ਆਕੜਿਆ ਫਿਰੇ, ਸਾਰਿਆਂ ਤੇ ਹੁਕਮ ਚਲਾਉਣ ਲੱਗ ਪਿਆ। ਚੌਧਰ ਦੇ ਨਸ਼ੇ ਵਿੱਚ ਸਭ ਇਸਨੇ ਟਿੱਚ ਕਰਕੇ ਜਾਣੇ। ਜਦੋਂ ਦੂਰੋਂ ਹੋਰ ਗਿੱਦੜ ਆਪਣੀ ਬੋਲੀ ਵਿੱਚ ਹੁਆਂਕਣ ਲੱਗੇ ਤਾਂ ਇਹ ਵੀ ਨਾਲ ਹੀ ਉਹਨਾਂ ਵਾਂਗ ਹੁਆਂਕ ਪਿਆ ਤੇ ਝੱਟ ਪਛਾਣਿਆ ਗਿਆ ਕਿ ਅਸਲੀ ਸ਼ੇਰ ਨਹੀਂ ਹੈ, ਇਹ ਤਾਂ ਗਿੱਦੜ ਹੈ। ਜਿਵੇਂ ਮੂਲੀ ਦੀ ਸੁਗੰਧ ਤੋਂ ਪਤਾ ਲੱਗ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਤੋਂ ਬੇਮੁਖ ਲੋਕਾਂ ਦਾ ਹਾਲ ਹੈ। ਤਰ੍ਹਾਂ ਤਰ੍ਹਾਂ ਦੇ ਭੇਖ ਤੇ ਪਖੰਡ ਕਰਨ ਵਾਲੇ ਮੀਸਣਿਆਂ ਦਾ ਜ਼ਰੂਰ ਪਾਜ ਉਗੜ ਜਾਏਗਾ। ਤਦੋਂ ਕੂੜੇ ਤੇ ਕੁਪੱਤੇ ਆਖੇ ਜਾਣਗੇ। ਕਿਉਂ ਪਾਠਕੋ, ਹੈ ਨਾ ਹਾਸੇ ਦੀਆਂ ਫੁਹਾਰਾਂ। ਭਾਈ ਗੁਰਦਾਸ ਨੇ ਕਮਾਲ ਦੇ ਢੰਗ ਨਾਲ ਸਮਝਾਇਆ ਸਾਨੂੰ। ਜਰਾ ਕੁ ਖੁਸ਼ ਰਿਹਾ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ। ਇਹੋ ਜਿਹੀਆਂ ਜਿਹੜੀਆਂ ਵਾਰਾਂ ਨੇ, ਕਵਿਤ ਨੇ ਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਨੇ, ਇਹ ਜ਼ਰੂਰ ਪੜ੍ਹਿਆ ਕਰੋ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ, ਵਿਅੰਗ ਨੰਬਰ 51। ਭਾਈ ਗੁਰਦਾਸ ਦੀ ਵਾਰ ਨੰਬਰ 36 ਤੇ ਪੌੜੀ ਨੰਬਰ 16। ਇਹਦਾ ਕਮਾਲ ਦਾ ਵਿਅੰਗ ਸੁਣੋ, ਜੋ ਕਿ ਅੱਜ ਦੇ ਝੂਠੇ ਗੁਰੂਆਂ, ਸੰਤਾਂ, ਮਹਾਂਪੁਰਖਾਂ 'ਤੇ ਪੂਰਾ ਉਤਰਦਾ ਹੈ। ਭਾਵੇਂ ਕਿ ਉਸ ਸਮੇਂ ਦੇ ਵਿੱਚ ਸ਼੍ਰੀ ਚੰਦ, ਪ੍ਰਿਥੀ ਚੰਦ ਆਦਿਕ ਵਰਗੇ ਬਹੁਤ ਸਾਰੇ ਝੂਠੇ ਗੁਰੂ ਬਣ ਬੈਠੇ ਸੀ। ਇਹ ਕਟਾਖਸ ਤਾਂ ਭਾਈ ਗੁਰਦਾਸ ਨੇ ਉਹਨਾਂ 'ਤੇ ਕੀਤਾ, ਪਰ ਇਹ ਸਾਰਿਆਂ 'ਤੇ ਹੀ ਢੁਕਦਾ ਹੈ ਜਿਹੜੇ ਕਿ ਬਿਨਾਂ ਗੁਣਾਂ ਤੋਂ, ਬਿਨਾਂ ਕਿਸੇ ਪਰਉਪਕਾਰ ਤੋਂ, ਬਿਨਾਂ ਕਿਸੇ ਬਹਾਦਰੀ ਤੋਂ, ਬਿਨਾਂ ਕਿਸੇ ਸਿਆਣਪ ਤੋਂ ਆਪਣੇ ਆਪ ਨੂੰ ਕੇਵਲ ਪਹਿਰਾਵਾ ਪਹਿਨ ਕੇ ਗੁਰੂ ਅਖਵਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਲੋਕਾਂ ਨੂੰ ਕੁਰਾਹੇ ਵੀ ਪਾਉਂਦੇ ਨੇ, ਲੁੱਟ ਕੇ ਵੀ ਖਾਂਦੇ ਨੇ, ਪਰ ਉਹਨਾਂ ਨੇ ਚੰਗਾ ਕੰਮ ਸਮਾਜ ਦੇ ਭਲੇ ਵਾਸਤੇ ਕੋਈ ਵੀ ਨਹੀਂ ਕੀਤਾ ਹੁੰਦਾ। ਭਾਈ ਗੁਰਦਾਸ ਜੀ ਇਹਨਾਂ ਦੀ ਖਿੱਲੀ ਉਡਾਉਂਦੇ ਹੋਏ ਲਿਖਦੇ ਨੇ, ਰਾਤੀ ਨੀਂਗਰ ਖੇਲਦੇ ਸਭ ਹੋਏ ਇਕੱਠੇ। ਜਿਵੇਂ ਆਮ ਗਲੀਆਂ ਦੇ ਵਿੱਚ ਬੱਚੇ ਇਕੱਠੇ ਹੋ ਜਾਂਦੇ ਨੇ, ਉਹ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਖੇਲਦੇ ਨੇ, ਕਿਉਂਕਿ ਉਹ ਤਾਂ ਨਿਆਣੇ ਨੇ। ਉਹਨਾਂ ਦੀ ਤੇ ਉਦਾਹਰਣ ਹੈ ਇੱਥੇ ਕੇਵਲ। ਰਾਤੀ ਨੀਂਗਰ ਖੇਲਦੇ ਸਭ ਹੋਏ ਇਕੱਠੇ, ਰਾਜਾ ਪਰਜਾ ਹੋਮਦੇ ਕਰ ਸਾਂਗ ਉਪੁੱਠੇ। ਉਹਨਾਂ ਦੇ ਵਿੱਚੋਂ ਕੋਈ ਰਾਜਾ ਬਣ ਜਾਂਦਾ ਹੈ, ਕੋਈ ਪਰਜਾ ਬਣ ਜਾਂਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਸਾਂਗ ਲਾ ਕੇ ਉਹ ਆਪਣਾ ਮਨੋਰੰਜਨ ਕਰਦੇ ਨੇ। ਕੋਈ ਪੰਚ, ਸਰਪੰਚ, ਲੰਬਰਦਾਰ, ਕੋਈ ਸਿਪਾਹੀ ਤੇ ਉਹ ਕੋਈ ਵੱਡਾ ਅਹੁਦੇਦਾਰ, ਛੋਟਾ ਅਹੁਦੇਦਾਰ, ਉਹ ਬਣ ਕੇ ਆਪਣੀਆਂ ਖੇਡਾਂ ਖੇਡਦੇ ਨੇ। ਪਰ ਹੈ ਤਾਂ ਸਾਰਾ ਕੁਝ ਬਣਾਵਟੀ ਹੈ। ਇੱਕ ਲਸ਼ਕਰ ਲੈ ਧੰਮ ਦੇ, ਇੱਕ ਫਿਰਦੇ ਨੱਠੇ। ਇੱਕ ਚੋਰ ਹੁੰਦੇ ਨੇ, ਉਹ ਲੁਕਦੇ ਫਿਰਦੇ ਨੇ। ਮਾਨੋ ਕੋਈ ਬੁਰਾ ਕੰਮ ਕਰਕੇ ਦੌੜ ਗਏ ਤੇ ਪੁਲਿਸ ਉਹਨਾਂ ਨੂੰ ਪਕੜ ਰਹੀ ਹੈ ਤੇ ਇਹ ਝੂਠਾ ਮੂਠਾ ਇੱਕ ਨਾਟਕ ਹੋ ਰਿਹਾ ਹੈ। ਇੱਕ ਫੌਜ ਲੈ ਕੇ ਪਿੱਛੇ ਦੌੜਦੇ ਨੇ ਤੇ ਦੂਜੇ ਆਪਣੀ ਜਾਨ ਬਚਾਉਣ ਵਾਸਤੇ ਅੱਗੇ ਅੱਗੇ ਦੌੜ ਰਹੇ ਨੇ ਬੱਚਿਆਂ ਦੀ ਖੇਡ ਵਿੱਚ। ਠੀਕਰੀਆਂ ਹਾਲੇ ਭਰਨ ਓਏ ਖਰੇ ਅਸੱਠੇ। ਫਿਰ ਰਾਜਾ ਉਹਨਾਂ ਤੋਂ ਮਾਮਲਾ ਹਾਲਾ ਮੰਗਦਾ ਕਿ ਤੁਸੀਂ ਇੰਨੀ ਜ਼ਮੀਨ ਵਾਹੁੰਦੇ ਹੋ ਤੇ ਮੈਨੂੰ ਤੁਸੀਂ ਮੁਆਵਜ਼ਾ ਨਹੀਂ ਦਿੱਤਾ, ਹਾਲਾ ਨਹੀਂ ਭਰਿਆ। ਉਹ ਫਿਰ, ਕਿਉਂਕਿ ਉਹ ਤਾਂ ਬੱਚੇ ਨੇ, ਉਹਨਾਂ ਕੋਲੇ ਪੈਸਾ ਤਾਂ ਹੈ ਕੋਈ ਨਹੀਂ, ਸਾਰਾ ਨਾਟਕ ਉਹ ਕਰ ਰਹੇ ਨੇ, ਪਰ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਉਹ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਨੇ। ਉਹਨਾਂ ਨੇ ਫਿਰ ਠੀਕਰੀਆਂ ਰੱਖੀਆਂ ਹੁੰਦੀਆਂ ਨੇ ਇਕੱਠੀਆਂ ਕਰਕੇ। ਉਹ ਰੁਪਈਆਂ ਦੀ, ਮੋਹਰਾਂ ਦੀ ਥਾਂ 'ਤੇ ਠੀਕਰੀਆਂ ਝੂਠੇ ਬਾਦਸ਼ਾਹ ਕੋਲੇ, ਜਿਹੜਾ ਕਿ ਬੱਚਾ ਹੀ ਹੁੰਦਾ, ਉਹਦੇ ਕੋਲੇ ਜਾ ਕੇ ਢੇਰੀ ਲਾ ਦਿੰਦੇ ਨੇ ਕਿ ਆਹ ਲਓ ਜੀ, ਅਸੀਂ ਜ਼ਮੀਨ ਦਾ ਮਾਮਲਾ ਭਰ ਦਿੱਤਾ। ਤੇ ਰਾਜਾ ਵੀ ਝੂਠਾ ਤੇ ਅੱਗੋਂ ਮਾਮਲਾ ਵੀ ਝੂਠਾ ਸਾਰਾ। ਮੋਹਰਾਂ ਦੀ ਥਾਂ 'ਤੇ, ਰੁਪਈਆਂ ਦੀ ਥਾਂ 'ਤੇ ਉਹ ਠੀਕਰੀਆਂ ਲੈ ਕੇ ਰਾਜੇ ਕੋਲੇ ਹਾਜ਼ਰ ਹੋ ਜਾਂਦੇ ਨੇ, ਢੇਰੀ ਲਾ ਦਿੰਦੇ ਨੇ। ਖਿਣ ਵਿੱਚ ਖੇਲ ਉਜਾੜਦੇ ਘਰ ਘਰ ਨੂੰ ਤੁੱਠੇ। ਤੇ ਜਦੋਂ ਦਿਲ ਕੀਤਾ, ਹਨੇਰਾ ਪੈ ਗਿਆ, ਉਹ ਖੇਡ ਨੂੰ ਖਤਮ ਕਰਕੇ ਤੇ ਘਰ ਨੂੰ ਦੌੜ ਪੈਂਦੇ ਨੇ। ਸਾਰਾ ਕੁਝ ਉੱਥੇ ਹੀ ਧਰਿਆ ਧਰਾਇਆ ਰਹਿ ਜਾਂਦਾ, ਨਾ ਕੋਈ ਉਹਨਾਂ 'ਚ ਰਾਜਾ, ਨਾ ਕੋਈ ਪਰਜਾ, ਨਾ ਕੋਈ ਮੋਹਰਾਂ ਤੇ ਨਾ ਕੋਈ ਰੁਪਈਏ। ਸਾਰਾ ਕੁਝ ਠੀਕਰੀਆਂ ਦੇ ਢੇਰ ਆਦਿਕ, ਉਹਨਾਂ ਦਾ ਸਾਰਾ ਕੁਝ ਉੱਥੇ ਹੀ ਰਹਿ ਜਾਂਦਾ। ਖਿਣ ਵਿੱਚ ਖੇਲ ਉਜਾੜਦੇ ਘਰ ਘਰ ਨੂੰ ਤੁੱਠੇ, ਆਪੋ ਆਪਣੇ ਘਰਾਂ ਨੂੰ ਦੌੜ ਪਏ। ਬਿਨ ਗੁਣ ਗੁਰੂ ਸਦਾ ਆਂਦੇ ਓਏ ਖੋਟੇ ਮੱਠੇ। ਜਿਨ੍ਹਾਂ ਦੇ ਵਿੱਚ, ਹੁਣ ਇੱਥੇ ਨਿਚੋੜ ਹੈ ਸਾਰੀ ਗੱਲ ਦਾ, ਜਿਨ੍ਹਾਂ ਦੇ ਵਿੱਚ ਗੁਣ ਕੋਈ ਨਹੀਂ ਪਰ ਗੁਰੂ ਬਣ ਬਹਿੰਦੇ ਨੇ, ਉਹ ਬੜੇ ਖੋਟੇ ਨੇ, ਬੜੇ ਖਤਰਨਾਕ ਨੇ। ਉਹ ਤੁਹਾਡਾ ਬਹੁਤ ਨੁਕਸਾਨ ਕਰ ਦੇਣਗੇ, ਤੁਹਾਡੀ ਜ਼ਿੰਦਗੀ ਕੁਰਾਹੇ ਪਾ ਦੇਣਗੇ। ਫਿਰ ਪਛਤਾਉਣ ਤੋਂ ਸਿਵਾਏ ਕੁਛ ਵੀ ਹੱਥ ਨਹੀਂ ਆਉਣਾ।
क्योंकि तुसी जो जिंदगी की प्राप्ति करनी है वो सियाणप नाल करनी है। इन्हां ने तुहानूं सियाणप नहीं देनी, लुट के जरूर खा लेना है ते तुहानूं जानवरां वांग तुहाडे ते सवारी करनी है। इन्हां ने जिमें राती बच्चे रल के खेडते हैं, कोई राजा बन जाता है, कोई अफसर बनता है, कोई आम प्रजा बन जाता है, तरह तरह के रूप धारण करते हैं। एक धिर फौज लैके हमला करती है, दूजी धिर दौड़ के बचण की कोशिश करती है, ठीकरियां नूं रुपए मन लेंदे हैं, मामला भरते हैं, सौदा खरीदते हैं, बड़े सियाणे बनते हैं। जदों मन भर जाता है सारा कुछ सुट के बच्चे आपो अपने घरां नूं दौड़ जाते हैं। इसे तरह जो मनुख गुणा तो बगैर गुरु बन बैठता है, मानो वो बचगानियां हरकतां कर रहा हुंदा है। अजिहे झूठे गुरु मानो आलसी ढगे हैं। क्यों जी, है ना कमाल दा व्यंग? सारिਆਂ ਨੂੰ खुल के हसना चाहिए है। आखो सतनाम। हस्त खेलत तेरे देहरे आया। व्यंग नंबर 52। भाई गुरदास दी वार 36 पौड़ी नंबर 11। ਤੁਸੀਂ ਆਪ ਵੀ ਜ਼ਰੂਰ ਪੜ੍ਹਨ ਦੀ ਖੇਚਲ ਕਰਨੀ, ਹੋਰ ਵੀ ਆਨੰਦ ਆਵੇਗਾ। ਇਹ ਤੇ ਮੈਂ ਥੋੜ੍ਹੀਆਂ ਪੌੜੀਆਂ ਵਿੱਚੋਂ ਚੁਣੀਆਂ ਨੇ, ਵੈਸੇ ਉਹਨਾਂ ਨੇ ਤਾਂ ਭੰਡਾਰੇ ਭਰੇ ਪਏ ਨੇ। ਤਰ੍ਹਾਂ ਤਰ੍ਹਾਂ ਦਾ ਮੈਟਰ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਵਿੱਚ ਮੌਜੂਦ ਹੈ। ਬੋਲਣ ਲੱਗੇ, ਵਰਤੋਂ ਵਿਹਾਰ ਕਰਨ ਲੱਗੇ, ਉਦਾਹਰਨਾਂ ਦੇਣ ਲੱਗੇ, ਤੁਹਾਨੂੰ ਬੇਅੰਤ ਮੈਟਰ ਇਹਨਾਂ ਵਾਰਾਂ ਚੋਂ ਅਤੇ ਕਵਿਤ ਸਵਈਆਂ 'ਚੋਂ ਮਿਲ ਜਾਵੇਗਾ। ਇਹ ਜ਼ਰੂਰ ਪੜ੍ਹਨ ਦਾ ਖੇਚਲ ਕਰਦੇ ਰਹੋ। ਇੱਥੇ ਇਸ ਜੋ ਪੌੜੀ ਹੈ ਇਹਦੇ ਵਿੱਚ ਤਾਂ ਭਾਈ ਗੁਰਦਾਸ ਨੇ ਗੱਲ ਸਿਰੇ ਹੀ ਲਾਤੀ ਹੈ। ਕਹਿੰਦੇ ਨੇ, ਪਹਿਨੈ ਪੰਜੇ ਕੱਪੜੇ ਪੁਰਸਾਵਾ ਵੇਸ। ਸੋਹਣੇ ਤੋਂ ਸੋਹਣੇ ਸਜਵੇਂ ਫਬਵੇਂ 5 ਕੱਪੜੇ ਇੱਕ ਮਨੁੱਖ ਨੇ ਪਹਿਨ ਲਏ। ਪੁਰਸ਼ਾਂ ਵਾਲਾ, ਮਰਦਾਂ ਵਾਲਾ ਵਧੀਆ ਪਹਿਰਾਵਾ ਉਹਨੇ ਪਹਿਨ ਲਿਆ। ਮੁੱਛਾਂ ਦਾੜੀ ਸੋਹਣੀ ਬਹੁਤ ਦੁਰਬਲ ਵੇਸ। ਉਹਦੀਆਂ ਮੁੱਛਾਂ ਵੀ ਚੰਗੀਆਂ ਸਾਂਭ ਲਈਆਂ, ਦਾੜੀ ਨੂੰ ਵੀ ਤੇਲ ਤੂਲ ਲਾ ਕੇ ਸੋਹਣੀ ਬਣਾ ਲਈ, ਪਰ ਉਹਦਾ ਸਰੀਰ ਬੜਾ ਹਲਕਾ ਜਿਹਾ, ਕਮਜ਼ੋਰ ਜਿਹਾ ਸਰੀਰ ਹੈ। ਫਿਰ ਵੀ ਉਹ ਕੁਝ ਨਾ ਕੁਝ ਵਿਖਾਵਾ ਕਰਨ ਦਾ ਯਤਨ ਕਰ ਰਿਹਾ ਹੈ। ਸੈ ਹਥਿਆਰੀ ਸੂਰਮਾ ਪੰਜੀ ਪ੍ਰਵੇਸ਼। ਉਹ ਤਾਂ ਇਉਂ ਲੱਗਦਾ ਕਿ ਹਥਿਆਰ ਪਹਿਨ ਕੇ ਸੂਰਮਾ ਬਣ ਕੇ ਮੈਦਾਨ 'ਚ ਨਿੱਤਰ ਨੂੰ ਤਿਆਰ ਹੈ, ਅਤੇ ਇਉਂ ਲੱਗਦਾ ਕਿ ਮੋਹਰੀ ਬਣ ਕੇ ਜੰਗ ਲੜੇਗਾ, ਕਿਉਂਕਿ ਉਹ ਪੰਚਾਂ ਦੇ ਵਿੱਚ ਆ ਕੇ ਜਿੱਥੇ ਲੋਕੀ ਬੈਠੇ ਨੇ ਉੱਥੇ ਆ ਕੇ ਫਣਾ ਮਾਰਦਾ ਕਿ ਮੈਂ ਤਾਂ ਬਹਾਦਰ ਹਾਂ, ਸੂਰਮਾ। ਮਾਹਰ ਦੜ ਦੀ ਵਾਣ ਵਿੱਚ ਜਾਣੈ ਸਭ ਦੇਸ਼। ਉਹ ਲੋਕਾਂ ਨੂੰ ਤਾਂ ਦੱਸਦਾ, ਕਹਿੰਦਾ ਮੈਂ ਤਾਂ ਸਾਰੇ ਕਿਤੇ ਮਾਹਰ ਬੰਦਾ, ਬੜੀ ਟ੍ਰੇਨਿੰਗ ਸਿਖਲਾਈ ਮੈਂ ਲੈ ਚੁੱਕਿਆ ਹੋਇਆ। ਤੁਸੀਂ ਦੇਖਿਓ ਤਾਂ ਜਦੋਂ ਮੈਂ ਮੈਦਾਨ ਦੇ ਵਿੱਚ ਉਤਰਿਆ। ਪਰ ਜਾਣਨ ਵਾਲੇ ਹੌਲੀ ਹੌਲੀ ਇੱਕ ਦੂਜੇ ਨੂੰ ਕੂਣੀਆਂ ਮਾਰਦੇ ਨੇ ਕਿ ਇਹ ਤਾਂ ਹੋਰ ਤਰ੍ਹਾਂ ਜਿੱਦਾਂ ਲੱਗਦਾ ਕੁਛ। ਸਾਰੇ ਲੋਕੀ ਇੱਕ ਦੂਜੇ ਨੂੰ ਸਮਝਾਉਣ ਦਾ ਉਪਰਾਲਾ ਕਰਦੇ ਨੇ ਕਿ ਜਰਾ ਧਿਆਨ ਨਾਲ ਸੋਚਿਓ ਕੌਣ ਹੈ ਇਹ। ਮੂਰਖ ਪੁਰਖ ਨਾ ਗਣ ਪੁਰਖਤ ਵਿਣ ਕਾਮਣ ਕੇ ਕਰੇਸ। ਉਹ ਕਹਿੰਦੇ ਤੁਹਾਡੀ ਐਸੀ ਕੀ ਤੈਸੀ, ਇਹ ਤਾਂ ਹੋਰ ਹੀ ਕੁਛ ਹੈ, ਇਹ ਤਾਂ ਡੀਂਗਾ ਮਾਰਦਾ, ਪਤਾ ਹੈ ਇਹ ਤਾਂ ਖੁਸਰਾ ਬੰਦਾ, ਖੁਸਰਾ। ਇਹਨੇ ਤਾਂ ਮਰਦਾਂ ਵਰਗੇ ਕੱਪੜੇ ਪਾ ਲਏ, ਹਥਿਆਰ ਚੁੱਕ ਲਏ। ਇਹ ਤਾਂ ਔਰਤ ਨਾਲ ਸੰਬੰਧ ਵੀ ਨਹੀਂ ਬਣਾ ਸਕਦਾ, ਵਿਆਹ ਕਰਾਉਣ ਜੋਗਾ ਵੀ ਨਹੀਂ ਹੈ। ਨਾ ਮਰਦ ਬੰਦਾ ਤਾਂ ਹਿੰਮਤ ਹੌਸਲਾ ਉਹਦੇ 'ਚ ਹੁੰਦਾ ਹੀ ਨਹੀਂ। ਕੇਵਲ ਗਿੱਧਾ ਪਾਉਣਾ, ਟਪੂਸੀਆਂ ਮਾਰਨੀਆਂ, ਨੱਚਣਾ ਅਤੇ ਇਹੋ ਜਿਹੇ ਹਾਰ ਸ਼ਿੰਗਾਰ ਕਰਨੇ, ਪਹਿਰਾਵਾ ਪਹਿਨ ਲੈਣਾ ਅਤੇ ਝੂਠਾ ਪਖੰਡ ਲੋਕਾਂ ਦੇ ਵਿੱਚ ਕਰਕੇ ਢਿੱਡ ਭਰਨ ਦਾ ਪ੍ਰਬੰਧ ਕਰਨਾ, ਮੰਗ ਕੇ ਰੋਟੀ ਖਾ ਲੈਣੀ। ਪੁਰਖ ਨਾ ਗਣ ਪੁਰਖਤ ਬਿਨ ਕਾਮਣ ਕੇ ਕਰੇਸ। ਇਹ ਤਾਂ ਔਰਤ ਦੇ ਨੇੜੇ ਵੀ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬਿਨ ਗੁਰੂ ਸਦਾਏ ਦੇ ਕੌਣ ਕਰੇ ਆਦੇਸ਼। ਇਹ ਤਾਂ ਗੁਣਾਂ ਤੋਂ ਬਿਨਾਂ ਜਿਹੜੇ ਗੁਰੂ ਬਣ ਬੈਠਦੇ ਨੇ ਨਾ, ਮਾਨੋ ਖੁਸਰੇ ਲੋਕ ਨੇ ਉਹ। ਗੁਰੂ ਨੇ ਤਾਂ ਜੰਗ ਦੇ ਵਿੱਚ ਝੰਡੇ ਗੱਡ ਦਿੱਤੇ, ਗੁਰੂ ਨੇ ਤਾਂ ਦੁਸ਼ਮਣਾਂ ਦੇ ਆਹੂ ਲਾ ਦਿੱਤੇ। ਗੁਰੂ ਸਾਹਿਬ ਨੂੰ ਤਾਂ ਜੇ ਪਰਿਵਾਰ ਵਾਰਨੇ ਪਏ ਤਾਂ ਉਹ ਤੋਂ ਵੀ ਪਾਸਾ ਨਹੀਂ ਵੱਟਿਆ। ਆਪ ਸ਼ਹੀਦੀਆਂ ਪਾਉਣੀਆਂ ਪਈਆਂ ਤਾਂ ਵੀ ਉਹਨਾਂ ਨੇ ਮਾਫੀ ਮੰਗ ਕੇ ਹਾਕਮਾਂ ਦੇ ਪੈਰਾਂ 'ਚ ਪੈ ਕੇ ਜਾਨ ਨਹੀਂ ਬਚਾਈ, ਅਤੇ ਸਮਾਜ ਨੂੰ ਆਜ਼ਾਦੀ ਦਿਵਾਉਣ ਵਾਸਤੇ ਸਭ ਕੁਝ ਦਾਅ 'ਤੇ ਲਾ ਦਿੱਤਾ। ਪਰ ਇਹ ਸਾਧ ਸੰਤ ਕੀ ਕਰਦੇ ਨੇ? ਇਹ ਭੋਰਿਆਂ 'ਚ ਬੈਠਦੇ ਨੇ, ਤਪੱਸਿਆ ਕਰਦੇ ਨੇ, ਭਗਤੀ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਇਹ ਪਹਿਰਾਵਾ ਪਹਿਨ ਕੇ ਤਰ੍ਹਾਂ ਤਰ੍ਹਾਂ ਦਾ ਨਮਰਦ ਲੋਕ ਨੇ। ਇਹ ਤਾਂ ਸੱਚ ਗੱਲ ਹੈ, ਜਿਵੇਂ ਕਿ ਭਾਈ ਗੁਰਦਾਸ ਨੇ ਇੱਥੇ ਆ ਗਿਆ। ਇਹ ਤਾਂ ਔਰਤ ਦੇ ਨੇੜੇ ਜਾਣ ਜੋਗੇ ਵੀ ਨਹੀਂ, ਕਿਉਂਕਿ ਇਹ ਤਾਂ ਵਿਆਹ ਕਰਾਉਣ ਤੋਂ ਵੀ ਭੱਜਦੇ ਨੇ, ਪਰਿਵਾਰ ਨੂੰ ਵੀ ਨਹੀਂ ਪਾਲਦੇ, ਅਤੇ ਜਦੋਂ ਜ਼ਿੰਮੇਵਾਰੀਆਂ ਤੋਂ ਹੀ ਭਗੌੜੇ ਹੋ ਗਏ, ਹੋਰ ਇਹਨਾਂ ਤੋਂ ਕੀ ਆਸ ਕਰੋਗੇ? ਭਲਿਓ ਇਹਨਾਂ ਦੇ ਪੈਰਾਂ 'ਚ ਲੰਮੇ ਨਾ ਪਿਆ ਕਰੋ, ਇਹਨਾਂ ਅੱਗੇ ਨੱਕ ਨਾ ਰਗੜਿਆ ਕਰੋ।
बिन गुर गुरु सदाएं दे कौन करे आदेश। ਇਹ ਤਾਂ ਕਿਸੇ ਵੀ ਗੁਰੂ ਇਹਨਾਂ ਨੇ ਆਪ ਧਾਰਨ ਕੋਈ ਨਹੀਂ ਕੀਤਾ, ਗੁਰੂ ਸਾਹਿਬਾਨ ਨੂੰ ਇਹ ਮੰਨਣ ਨੂੰ ਤਿਆਰ ਨਹੀਂ, ਆਪਣੇ ਆਪ ਨੂੰ ਇਹ ਗੁਰੂ ਬਣਾਈ ਬੈਠੇ ਨੇ, ਤੇ ਇਹਨਾਂ ਦਾ ਹੁਕਮ ਕਿਵੇਂ ਮੰਨੀਏ ਅਸੀਂ। ਤੇ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਹੇ ਭਾਈ ਜਨੋ, ਕੋਈ ਬੰਦਾ ਸੋਹਣੇ ਕੱਪੜੇ ਪਹਿਨ ਕੇ ਸੋਹਣਾ ਬਣ ਜਾਵੇ, ਮੁੱਛਾਂ ਦਾੜੀ ਚੰਗੀ ਤਰ੍ਹਾਂ ਸਾਂਭੀ ਤੇ ਵਧਾਈ ਹੋਈ ਹੋਵੇ, ਹਲਕਾ ਫੁਲਕਾ ਜਿਹਾ ਸਰੀਰ ਹੋਵੇ, ਹਥਿਆਰ ਪਹਿਨ ਕੇ ਆਪਣੇ ਆਪ ਨੂੰ ਸੂਰਮਾ ਤੇ ਸਾਰਿਆਂ ਦਾ ਮੁਖੀ ਦੱਸਣ ਲੱਗ ਪਵੇ, ਜਦੋਂ ਸਿਆਣੇ ਪੁਰਖਾਂ ਦੀ ਸਭਾ ਵੀ ਜਾਵੇਗਾ ਉਹ ਝੱਟ ਪਛਾਣ ਲੈਣਗੇ ਕਿ ਇਹ ਕੌਣ ਹੈ। ਉਹ ਜਾਣਦੇ ਹਨ ਕਿ ਇਹ ਮਰਦ ਨਹੀਂ ਹੈ, ਹੀਜੜਾ ਹੈ, ਨਾ ਮਰਦ ਹੈ, ਇਸ ਨੇ ਜੰਗ ਤਾਂ ਕੀ ਲੜਨਾ ਹੈ, ਇਹ ਤਾਂ ਵਿਆਹ ਕਰਾਉਣ ਜੋਗਾ ਵੀ ਨਹੀਂ ਹੈ। ਇਸੇ ਤਰ੍ਹਾਂ ਗਿਆਨ ਤੋਂ ਬਿਨਾਂ ਲੋਕੀ ਗੁਣੀ ਬਣ ਬਹਿੰਦੇ ਨੇ, ਸੰਗਤਾਂ ਨੂੰ ਕਿਸ ਰਾਹ ਪਾਉਣਗੇ, ਕੀ ਉਪਦੇਸ਼ ਕਰਨਗੇ। ਵਾਹ ਜੀ ਵਾਹ, ਭਾਈ ਗੁਰਦਾਸ ਜੀ ਕਮਾਲ ਹੈ, ਸਿਰੇ ਦਾ ਵਿਅੰਗ ਹੈ, ਤੇ ਏਡਾ ਕਰਾਰਾ ਵਿਅੰਗ ਅੱਜ ਦੇ ਜ਼ਮਾਨੇ 'ਚ ਵੀ ਸ਼ਾਇਦ ਕੋਈ ਨਾ ਕਰ ਸਕੇ ਜਿੱਡਾ ਭਾਈ ਗੁਰਦਾਸ ਜੀ 400 ਸਾਲ ਪਹਿਲਾਂ ਏਡੇ ਕਰਾਰੇ ਵਿਅੰਗ ਸਾਡੇ ਸਾਹਮਣੇ ਰੱਖ ਚੁੱਕੇ ਨੇ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ, ਵਿਅੰਗ ਨੰਬਰ 53। ਇਹ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ 32 ਨੰਬਰ ਵਾਰ ਹੈ, ਪੌੜੀ ਨੰਬਰ 14 ਹੈ। ਇਹਦੇ ਵਿੱਚ ਵੀ ਭਾਈ ਗੁਰਦਾਸ ਨੇ ਬਹੁਤ ਸਿਰੇ ਦੀਆਂ ਗੱਲਾਂ ਆਖੀਆਂ ਨੇ, ਤੇ ਕਿੱਡੀ ਮੂਰਖਤਾ ਭਰੇ ਕੰਮ ਲੋਕੀ ਕਰਦੇ ਰਹਿੰਦੇ ਨੇ, ਤੇ ਸਮਝਾਏ ਤੋਂ ਵੀ ਸਮਝਣ ਨੂੰ ਤਿਆਰ ਨਹੀਂ, ਤੇ ਮਗਰੋਂ ਚੀਕਾਂ ਮਾਰਦੇ ਨੇ ਕਿ ਕਿਸਮਤ ਦੇ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਸੀ। ਕੀ ਕਰੀਏ ਜੀ, ਰੱਬ ਨੇ ਧੁਰ ਦਰਗਾਹੋਂ ਮੱਥੇ ਦੀਆਂ ਲਿਖੀਆਂ ਸੀ ਜਿਹੜੀਆਂ, ਉਹਨਾਂ ਨੂੰ ਕੌਣ ਮੋੜ ਸਕਦਾ। ਇਹ ਕਹਾਣੀਆਂ ਮਗਰੋਂ ਪਾਈ ਜਾਂਦੇ ਨੇ, ਪਰ ਸਮੇਂ ਸਿਰ ਸਮਝਾਈ ਹੋਈ ਗੱਲ ਸਮਝਣ ਨੂੰ ਤਿਆਰ ਨਹੀਂ ਹੁੰਦੇ। ਭਾਈ ਸਾਹਿਬ ਇੱਥੇ ਕਹਿੰਦੇ ਨੇ, ਮੂਰਖ ਤਿਸਨੋਂ ਆਖੀਐ, ਬੋਲ ਨਾ ਸਮਝੈ ਬੋਲ ਨਾ ਜਾਣੈ। ਉਹ ਮੂਰਖ ਬੰਦਾ ਹੈ ਜਿਹਨੂੰ ਚੰਗੀ ਮੱਤ ਦੇਣ ਵਾਲੇ ਵਿਦਵਾਨ ਮੌਜੂਦ ਨੇ, ਗੁਰੂ ਸਾਹਿਬ ਮੌਜੂਦ ਨੇ, ਭਾਈ ਗੁਰਦਾਸ ਵਰਗੇ ਵਿਦਵਾਨ ਮੌਜੂਦ ਨੇ, ਪਰ ਮੂਰਖ ਬੰਦਾ ਕਿਸੇ ਦੀ ਵੀ ਆਖੀ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਉਹ ਆਪਣੀ ਮੂਰਖਤਾ 'ਤੇ ਜਿੱਦ ਕਰਦਾ, ਅੜਿਆ ਰਹਿੰਦਾ ਕਿ ਜਿਵੇਂ ਮੈਂ ਕਰ ਰਿਹਾ ਉਹ ਠੀਕ ਹੈ। ਹੁਣ ਆਪਾਂ ਆਲੇ ਦੁਆਲੇ ਦੇਖਦੇ ਹਾਂ, ਪੱਥਰਾਂ ਦੀ ਪੂਜਾ ਹੋ ਰਹੀ ਹੈ, ਮੜੀਆਂ 'ਤੇ, ਕਬਰਾਂ 'ਤੇ, ਬੜਭਾਗ ਸਿੰਘ ਦੇ ਡੇਰੇ 'ਤੇ, ਪੀਰਖਾਨਿਆਂ 'ਤੇ ਸਰਾਧ ਪਾਉਣੇ, ਵਰਤ ਰੱਖਣੇ, ਹੋਰ ਅਨੇਕਾਂ ਪਾਖੰਡ ਨੇ ਜਿਹੜੇ ਸਿੱਖਾਂ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਹੋਏ ਨੇ, ਤੇ ਉਹਨਾਂ ਨੂੰ ਲੱਖ ਸਮਝਾਉਣ ਦੇ ਬਾਵਜੂਦ ਵੀ ਛੱਡਣ ਨੂੰ ਤਿਆਰ ਨਹੀਂ। ਗੁਰਬਾਣੀ ਦੇ ਵਿੱਚ ਅਨੰਤ ਉੱਤਮ ਉਪਦੇਸ਼ ਸਦੀਆਂ ਤੋਂ ਸਾਡੇ ਸਨਮੁਖ ਪੜ੍ਹੇ ਸੁਣੇ ਜਾ ਰਹੇ ਨੇ, ਪਰ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਬਣਾਉਣ ਨੂੰ ਕੋਈ ਤਿਆਰ ਨਹੀਂ। ਗੁਰੂ ਸਾਹਿਬਾਨ ਨੂੰ ਨਾ ਸਮਝ ਮੰਨਿਆ ਜਾ ਰਿਹਾ ਹੈ, ਆਪਣੀਆਂ ਮਨੌਤਾਂ ਨੂੰ ਠੀਕ ਮੰਨਿਆ ਜਾ ਰਿਹਾ, ਤੇ ਅਸੀਂ ਸਿਆਣੇ ਆ ਜਿਹੜੇ ਇਹ ਕੰਮ ਕਰ ਰਹੇ ਹਾਂ। ਗੁਰੂ ਸਾਹਿਬ ਕੌਣ ਹੁੰਦੇ ਨੇ ਸਾਨੂੰ ਸਮਝਾਉਣ ਵਾਲੇ, ਭਾਵ ਕਿ ਮੂਰਖਤਾ ਦੀ ਸਿਖਰ ਹੈ ਕਿ ਗੁਰੂ ਦੀ ਆਖੀ ਗੱਲ ਵੀ ਨਾ ਮੰਨਣੀ। ਪਾਗਲਪਣ ਸਿਰ 'ਤੇ ਸਵਾਰ ਹੋਏ ਹੈ, ਘਰ ਲੁਟਾਈ ਜਾ ਰਹੇ ਨੇ, ਉਸੇ ਰਾਹ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਮੜੀਆਂ 'ਤੇ, ਕਬਰਾਂ 'ਤੇ ਅਤੇ ਹੋਰ ਭੈੜੇ ਕੰਮਾਂ 'ਤੇ ਸਭ ਕੁਝ ਆਪਣਾ ਲੁਟਾਈ ਜਾਂਦੇ ਨੇ। ਮੂਰਖ ਤਿਸਨੋਂ ਆਖੀਐ, ਬੋਲ ਨਾ ਸਮਝੈ ਬੋਲ ਨਾ ਜਾਣੈ। ਹੋਰੋ ਕਿਹ ਕਰ ਪੁੱਛੀਐ, ਹੋਰੋ ਕਹਿ ਕਰ ਆਖ ਬਖਾਣੈ। ਅਸੀਂ ਉਹਨਾਂ ਨੂੰ, ਮੂਰਖਾਂ ਨੂੰ ਸਵਾਲ ਕੋਈ ਹੋਰ ਕਰਦੇ ਹਾਂ, ਉਹ ਜਵਾਬ ਅੱਗੋਂ ਹੋਰ ਦੇਈ ਜਾਂਦਾ ਹੈ। ਸਮਝਾ ਕੁਝ ਹੋਰ ਰਹੇ ਹੁੰਦੇ ਆ, ਉਹ ਸਮਝ ਹੋਰ ਤਰ੍ਹਾਂ ਰਿਹਾ ਹੁੰਦਾ ਹੈ। ਜਿਹੜੀ ਗੱਲ ਤੋਂ ਰੋਕਦੇ ਹਾਂ ਉਹੀ ਕੰਮ ਉਹ ਕਰੀ ਜਾ ਰਿਹਾ, ਲਗਾਤਾਰ ਉਹਦੀ ਜ਼ਿੰਦਗੀ ਇਸੇ ਤਰ੍ਹਾਂ ਬੀਤਦੀ ਹੈ, ਚੱਲਦੀ ਰਹਿੰਦੀ ਹੈ। ਸਿੱਖ ਦੇ ਸਮਝਾਈਐ, ਅਰਥ ਅਨਰਥ ਮਨੈ ਵਿੱਚ ਆਣੈ। ਉਹਨੂੰ ਸਿੱਖਿਆ ਦੇ ਕੇ ਸਮਝਾਉਣ ਦਾ ਜੇ ਵਿਦਵਾਨ ਕੋਈ ਉਪਰਾਲਾ ਵੀ ਕਰੇ ਤਾਂ ਅਰਥਾਂ ਦੇ ਵੀ ਅਨਰਥ ਕਰ ਲੈਂਦਾ ਹੈ। ਸਾਡੇ ਤਾਂ ਵੈਸੇ ਸਟੇਜਾਂ ਦੇ ਉੱਤੇ ਵੀ ਅਰਥਾਂ ਦੇ ਅਨਰਥ ਕੀਤੇ ਜਾਂਦੇ ਨੇ। ਗੁਰਬਾਣੀ ਦੀ ਗੱਲ ਕਰਦੇ ਹਾਂ, ਵਿੱਚ ਗੁਰਬਾਣੀ ਦੀ ਪੰਕਤੀ ਵੀ ਪੜ੍ਹ ਦੇਣਗੇ ਪ੍ਰਚਾਰਕ ਸਾਡੇ, ਅਤੇ ਉਹਦੇ ਅਰਥ ਵੀ ਗਲਤ ਕਰ ਦੇਣਗੇ। ਕਹਾਣੀਆਂ ਵੀ, ਦੇਵੀ ਦੇਵਤੇ ਜਿਹੜੇ ਕਿ ਕਲਪਤ ਨੇ ਉਹਨਾਂ ਦੀਆਂ ਕਹਾਣੀਆਂ ਵੀ ਵਿੱਚੇ ਸੁਣਾ ਦੇਣਗੇ। ਸਾਧ ਬਾਬਿਆਂ ਦੇ ਜੀਵਨ ਬਾਰੇ ਵੀ ਝੂਠੀਆਂ ਕਹਾਣੀਆਂ ਜੋੜ ਕੇ ਸੁਣਾ ਦੇਣਗੇ, ਜਦੋਂ ਕਿ ਅਸਲੀ ਗੱਲ ਉਹਨਾਂ ਦੇ ਪੱਲੇ ਆਪ ਨਹੀਂ ਪੈਂਦੀ, ਤਾਂ ਉਹਨਾਂ ਨੇ ਸੰਗਤਾਂ ਨੂੰ ਕੀ ਸੁਣਾਉਣੀ ਹੈ। ਇਸੇ ਕਰਕੇ ਪਹਿਲਾਂ ਤਾਂ ਅਣਜਾਣ ਨੇ ਪ੍ਰਚਾਰਕ, ਤੇ ਫਿਰ ਉਹਨਾਂ ਨੇ ਮੂਰਖ ਬਣਾ ਦਿੱਤਾ ਆਪਣੇ ਸਮਾਜ ਨੂੰ। ਭਾਈ ਸਾਹਿਬ ਕਹਿੰਦੇ ਨੇ, ਸਿੱਖ ਦੇ ਸਮਝਾਈਐ, ਅਰਥ ਅਨਰਥ ਮਨੈ ਵਿੱਚ ਆਣੈ। ਉਹ ਵਿਚਾਰਿਆਂ ਦੇ ਮਨ ਵਿੱਚ ਬਹਿ ਜਾਂਦੀ ਹੈ, ਤੇ ਮੁੜ ਕੇ ਉਹ ਗਲਤ ਗੱਲ ਫਿਰ ਨਹੀਂ ਨਿਕਲਦੀ। ਵੱਡਾ ਅਸਮਝ ਨਾ ਸਮਝਈ, ਸੁਰਤ ਬਿਹੂਣਾ ਹੋਏ ਹਰਾਣੈ। ਬਹੁਤ ਨਾ ਸਮਝ ਬੰਦੇ ਨੇ ਸਾਹਮਣੇ, ਤੇ ਉਹਨਾਂ ਨੂੰ ਲੱਖ ਯਤਨ ਕਰਨ ਦੇ ਬਾਵਜੂਦ ਵੀ ਸਮਝ ਨਹੀਂ ਆਉਂਦੀ। ਇੰਨੀ ਸੁਰਤ ਬਿਹੂਣੇ ਨੇ ਉਹ ਲੋਕ,
ਤੇ ਜਦੋਂ ਕੋਈ ਗੱਲ ਉਹਨਾਂ ਨੂੰ ਥੋੜੀ ਜਿਹੀ ਵੀ ਸਮਝ ਆ ਜਾਂਦੀ ਹੈ, ਉਹ ਹੈਰਾਨ ਜੇ ਹੋ ਜਾਂਦੇ ਨੇ ਕਿ ਹੈ ਐਦਾਂ ਹੁੰਦੀ ਹੈ, ਬਈ ਅਸੀਂ ਤਾਂ ਹੁਣ ਤੱਕ ਆਹੀ ਕੋਈ ਸੁਣਦੇ ਆਏ ਆ। ਵੱਡਾ ਅਸਮਝ ਨਾ ਸਮਝ ਆਈ ਸੁਰਤ ਵਿਹੂਣਾ ਹੋਏ ਹੈਰਾਨ ਹੈ। ਹੈਰਾਨ ਜਾ ਹੋ ਕੇ ਜ਼ਿੰਦਗੀ ਬਿਤਾ ਦਿੰਦਾ ਹੈ, ਪਰ ਰਾਹ ਸਿਰ ਆਉਣ ਨੂੰ ਤਿਆਰ ਨਹੀਂ। ਗੁਰਮਤ ਚਿੱਤ ਨ ਆਵਈ ਦੁਰਮਤ ਮਿੱਤਰ ਸੱਤਰ ਪਰਵਾਣ ਹੈ। ਗੁਰੂ ਦੀ ਮੱਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਚਿੱਤ ਦੇ ਵਿੱਚ ਨਹੀਂ ਵਸਦੀ। ਤੇ ਜਿਹੜੀ ਭੈੜੀ ਮੱਤ ਹੈ, ਜਿਹੜੀ ਮਿੱਤਰਾਂ ਨੂੰ ਵੀ ਸ਼ਤਰੂ ਬਣਾ ਦਿੰਦੀ ਹੈ, ਉਹ ਸ਼ਤਰੂਆਂ ਦਾ ਆਖਿਆ ਮੰਨਦਾ ਹੈ, ਉਹ ਮਿੱਤਰਾਂ ਦਾ ਆਖਿਆ ਨਹੀਂ ਮੰਨਦਾ। ਭਾਵ ਕਿ ਜਿਹੜੀ ਗੱਲ ਸਾਨੂੰ ਚੰਗੇ ਇਨਸਾਨ ਬਣਾਉਣ ਵਾਸਤੇ ਫਾਇਦੇਮੰਦ ਹੈ, ਸਿੱਖਿਆਦਾਇਕ ਹੈ, ਉਹ ਨਹੀਂ ਮੰਨਣੀ। ਜਿਹੜੀ ਭੈੜੀ ਮੱਤ ਹੈ, ਲੋਕਾਂ ਵੱਲੋਂ ਗਲਤ ਸਿੱਖਿਆ ਦਿੱਤੀ ਗਈ ਹੈ, ਕਿਤੇ ਨਸ਼ੇ ਕਰਨਾ, ਕਿਤੇ ਚੋਰੀਆਂ ਕਰਨੀਆਂ, ਕਿਤੇ ਕਾਮ ਵਾਸ਼ਨਾ 'ਚ ਡੁੱਬ ਜਾਣਾ, ਬਲਾਤਕਾਰਾਂ 'ਚ ਤੁਰ ਪੈਣਾ, ਇਹ ਅਨੇਕਾਂ ਬੁਰੇ ਕੰਮ ਉਹ ਭੈੜੇ ਬੰਦਿਆਂ ਦੇ ਸੁਣ ਕੇ ਉਹਨਾਂ ਤੇ ਰਾਹ 'ਤੇ ਚੱਲ ਪੈਂਦੇ। ਪਰ ਆਪਣੇ ਗੁਰੂ ਦੀ ਮੱਤ ਜਾਂ ਆਪਣੇ ਵਿਦਵਾਨਾਂ ਤੋਂ ਸਿਆਣੀ ਮੱਤ ਲੈ ਕੇ ਉਸ ਰਾਹ 'ਤੇ ਚੱਲਣ ਨੂੰ ਤਿਆਰ ਨਹੀਂ ਹੈ। ਗੁਰਮਤ ਚਿੱਤ ਨ ਆਵਈ ਦੁਰਮਤ ਮਿੱਤਰ ਸੱਤਰ ਪਰਵਾਣੈ। ਅਗਨੀ ਸੱਪੋਂ ਵਰਜੀਐ ਗੁਣ ਵਿੱਚ ਅਵਗਣ ਕਰੇ ਧਿੰਗਾਣੈ। ਉਹਨੂੰ ਅੱਗ ਤੋਂ ਰੋਕੀਏ ਕਿ ਅੱਗ ਨੂੰ ਹੱਥ ਨਾ ਪਾਈ, ਦੇਖੀ ਕਿਤੇ ਸੜ ਜਾਵੇਗਾ, ਉਹਨੇ ਅੱਗ ਨੂੰ ਹੱਥ ਪਾ ਹੀ ਲੈਣਾ, ਆਖੇ ਤੋਂ ਵੀ ਨਹੀਂ ਰੁਕਣਾ ਹੈ। ਤੇ ਆਖੀਏ ਵੀ ਸੱਪ ਨੂੰ ਨਾ ਹੱਥ ਲਾਈ, ਇਹ ਸੱਪ ਹੈ ਤੇਰੇ ਸਾਹਮਣੇ ਡੰਗ ਮਾਰਦਾ, ਉਹਨੇ ਸੱਪ ਦੀ ਵੀ ਪੂਛ ਨੂੰ ਹੱਥ ਲਾ ਹੀ ਦੇਣਾ, ਭਾਵੇਂ ਡੰਗ ਮਾਰ ਹੀ ਜਾਵੇ। ਗੁਣ ਵਿੱਚ ਅਵਗਣ ਕਰੇ ਧਿੰਗਾਣੈ। ਉਹਨੇ ਤਾਂ ਗੁਣਾਂ ਨੂੰ ਵੀ ਔਗੁਣ ਬਣਾ ਕੇ ਪੇਸ਼ ਕਰ ਦੇਣਾ, ਆਪਣੀ ਸੋਹਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਰਬਾਦ ਕਰ ਲੈਣਾ। ਤੇ ਆਖਰੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਮੂਤੇ ਰੋਵੈ ਮਾਂ ਨਾ ਸਿਆਣੈ। ਇਹੋ ਜਿਹੇ ਮੂਰਖ ਬੱਚੇ ਨੂੰ ਤਾਂ ਨਾ, ਜਿਵੇਂ ਬੱਚੇ ਨੂੰ ਚੰਗਾ ਤਕੜਾ ਵੀ ਹੋ ਜਾਵੇ ਤਾਂ ਉਹ ਬਿਸਤਰੇ ਦੇ ਵਿੱਚ ਹੀ ਪਿਸ਼ਾਬ ਕਰਨ ਦੀ ਆਦਤ ਪੈ ਜਾਂਦੀ ਹੈ। ਉਹਦੀ ਮਾਂ ਕਿੰਨਾ ਕੁ ਚਿਰ ਉਹਨੂੰ ਸੰਭਾਲੇਗੀ, ਕਿਤਨੀ ਕੁ ਦੇਰ ਤੱਕ ਉਹਦੇ ਕੱਪੜੇ ਬਦਲੇਗੀ। ਅਖੀਰ ਨੂੰ ਜਦੋਂ ਨਹੀਂ ਹਟਦਾ ਵਿੱਚ ਪਿਸ਼ਾਬ ਕਰਨੋਂ, ਉਹ ਫਿਰ ਭਾਵੇਂ ਚੀਕਾ ਮਾਰੀ ਜਾਵੇ, ਮਾਂ ਵੀ ਧਿਆਨ ਦੇਣੋਂ ਹਟ ਜਾਂਦੀ ਹੈ ਵੀ ਦਫਾ ਹੋ ਪਰਾਂ, ਮੈਂ ਬੜਾ ਤੈਨੂੰ ਸਫਾਈ ਰੱਖੀ, ਬੜੇ ਤੇਰੇ ਕੱਪੜੇ ਬਦਲੇ, ਬਾਹਰ ਤੈਨੂੰ ਮੈਂ ਹਾਜਤ ਪੂਰੀ ਕਰਵਾ ਕੇ ਲਿਆਉਂਦੀ ਰਹੀ, ਪਰ ਤੂੰ ਕਦੇ ਇਸ ਬਿਸਤਰੇ 'ਚੋਂ ਪਿਸ਼ਾਬ ਕਰਨ ਤੋਂ ਬਾਜ ਹੀ ਨਹੀਂ ਆਉਂਦਾ, ਤੇ ਹੁਣ ਮੈਂ ਤੇਰੀ ਸਾਰੀ ਉਮਰ ਕਿਵੇਂ ਮਦਦ ਕਰੀ ਜਾਵਾਂ। ਮੁੱਤੇ ਰੋਵੈ ਮਾਂ ਨਾ ਸਿਆਣੈ। ਮਾਂ ਵੀ ਉਹਨੂੰ ਫਿਰ ਗਲੋਂ ਲਾ ਦਿੰਦੀ ਹੈ ਵੀ ਦਫਾ ਹੋ ਪਰਾਂ। ਹੇ ਭਾਈ, ਮੂਰਖ ਕਿਸ ਨੂੰ ਆਖਿਆ ਜਾਂਦਾ ਹੈ? ਲਓ ਸੁਣੋ, ਨਾ ਤਾਂ ਸਿਆਣਿਆਂ ਦੀ ਗੱਲ ਸੁਣ ਕੇ ਸਮਝਦਾ ਹੈ, ਨਾ ਖੁਦ ਚੰਗਾ ਬੋਲਣ ਜਾਣਦਾ ਹੈ। ਸਵਾਲ ਕੋਈ ਹੋਰ ਕਰੀਏ, ਜਵਾਬ ਕੋਈ ਹੋਰ ਦਿੰਦਾ ਹੈ। ਉਪਦੇਸ਼ ਕਰਕੇ ਅਗਰ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀ ਚੰਗੇ ਦੀ ਥਾਵੇਂ ਉਸਦੇ ਵੀ ਗਲਤ ਅਰਥ ਹੀ ਮਨ ਵਿੱਚ ਬਿਠਾ ਲੈਂਦਾ ਹੈ। ਵੱਡਾ ਮੂਰਖ ਜੋ ਹੋਇਆ, ਕਿਵੇਂ ਸਮਝੇਗਾ ਜਦੋਂ ਅਕਲ ਵਾਲਾ ਉਸਦਾ ਖਾਨਾ ਹੀ ਖਰਾਬ ਹੈ। ਦੂਜਿਆਂ ਵੱਲ ਹੈਰਾਨ ਜਿਹਾ ਹੋ ਕੇ ਵੇਖਦਾ ਰਹਿੰਦਾ ਹੈ, ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਨਹੀਂ ਵਸਾਉਂਦਾ, ਭੈੜੀ ਮੱਤ ਨੂੰ ਝਟ ਗ੍ਰਹਿਣ ਕਰ ਲੈਂਦਾ ਹੈ, ਦੁਸ਼ਮਣਾਂ ਨੂੰ ਮਿੱਤਰ ਅਤੇ ਮਿੱਤਰਾਂ ਨੂੰ ਦੁਸ਼ਮਣ ਸਮਝਦਾ ਹੈ। ਅੱਗ ਅਤੇ ਸੱਪ ਵਗੈਰਾ ਤੋਂ ਪਰੇ ਰਹਿਣ ਦੀ ਸਿੱਖਿਆ ਦੇਈਏ ਤਾਂ ਉਹ ਵੀ ਆਖਿਆ ਨਹੀਂ ਮੰਨਦਾ। ਗੁਣ ਕਰਨ ਵਾਲੇ ਵੀ ਉਸ ਨੂੰ ਬੁਰੇ ਲੱਗਦੇ ਹਨ। ਜਿਵੇਂ ਬੱਚਾ ਬਾਰ-ਬਾਰ ਬਿਸਤਰੇ ਵਿੱਚ ਪਿਸ਼ਾਬ ਕਰਕੇ ਗਿੱਲਾ ਹੋਣ 'ਤੇ ਰੋਂਦਾ ਹੈ, ਅਖੀਰ ਨੂੰ ਮਾਂ ਵੀ ਉਸ ਨੂੰ ਪਿਆਰ ਨਹੀਂ ਕਰਦੀ। ਜਦੋਂ ਆਖਿਆ ਮੰਨੇ ਹੀ ਨਾ ਤਾਂ ਮਾਂ ਵੀ ਹੰਭ ਜਾਂਦੀ ਹੈ। ਮੂਰਖ ਦੁਖੀ ਹੋਇਆ ਰੋਂਦਾ ਹੀ ਰਹਿੰਦਾ ਹੈ। ਕਿਉਂ? ਇੰਨੇ ਵੱਡੇ ਵਿਅੰਗ ਭਾਈ ਗੁਰਦਾਸ ਨੇ ਲਿਖੇ ਹੋਏ ਨੇ। ਮੇਰਾ ਖਿਆਲ ਹੈ 99% ਭੈਣਾਂ ਭਾਈਆਂ ਨੇ ਇਹ ਨਹੀਂ ਪੜ੍ਹੇ ਹੋਣਗੇ। ਬਸ ਇੱਧਰ ਉੱਧਰ ਦੀਆਂ ਝੂਠੀਆਂ ਕਹਾਣੀਆਂ ਤਾਂ ਆਪਾਂ ਨੇ ਬਹੁਤ ਸੁਣ ਲਈਆਂ, ਬਹੁਤ ਪੜ੍ਹ ਲਈਆਂ, ਪਰ ਇੰਨੀਆਂ ਉੱਤਮ ਰਚਨਾਵਾਂ ਆਪਾਂ ਨੇ ਨਹੀਂ ਪੜ੍ਹੀਆਂ ਤੇ ਨਹੀਂ ਸੁਣੀਆਂ। ਹੁਣ ਜ਼ਰੂਰ ਪੜ੍ਹਿਆ ਕਰੋ ਤੇ ਖੂਬ ਹੱਸਿਆ ਕਰੋ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ। ਵਿਅੰਗ ਨੰਬਰ 54, ਭਾਈ ਗੁਰਦਾਸ ਦੀ ਵਾਰ 32 ਤੇ ਪੌੜੀ ਨੰਬਰ 16। ਇਹਦੇ ਵਿੱਚੋਂ ਆਪਾਂ ਇੱਕ ਵਿਅੰਗ ਲੈ ਰਹੇ ਹਾਂ ਤੇ ਇਸ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਜੋ ਆਪਾਂ ਵਿਅੰਗ ਲਏ ਨੇ ਇਹਨੂੰ ਇੱਥੇ ਸਮਾਪਤ ਕਰਾਂਗੇ। ਅੱਗੇ ਫਿਰ ਲਤੀਫੇ ਸਿੱਖਾਂ ਦੇ ਵਿੱਚੋਂ ਚੱਲਣਗੇ। ਭਾਵ ਕਿ ਪਹਿਲਾਂ ਮੈਂ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਲਤੀਫੇ ਕੱਢ ਕੇ ਸੁਣਾਏ ਸਨ ਕਿ ਕਿਵੇਂ ਗੁਰਬਾਣੀ ਨੇ ਕਟਾਕਸ ਕੀਤੇ ਨੇ, ਵਿਅੰਗ ਕੀਤੇ ਨੇ, ਤੇ ਫਿਰ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਵਿੱਚੋਂ ਵਿਅੰਗ ਤੁਹਾਡੇ ਸਨਮੁਖ ਕੀਤੇ ਗਏ ਨੇ। ਤੇ ਹੁਣ ਅਗਲੇ ਹਿੱਸੇ ਦੇ ਵਿੱਚ ਆਪਾਂ ਫਿਰ ਲਤੀਫੇ ਸਿੱਖਾਂ ਦੇ, ਜਿਹੜੇ ਕਿ ਸਪੋਕਸਮੈਨ ਅਖਬਾਰ ਦੇ ਵਿੱਚ ਲਗਾਤਾਰ ਲੰਮੇ ਸਮੇਂ ਤੱਕ ਇੱਕ ਦੋ ਕਰਕੇ ਛਪਦੇ ਰਹੇ ਨੇ। ਆਓ 54 ਨੰਬਰ ਵਿਅੰਗ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ।
ਰਾਹ ਛੱਡ ਉਜੜ ਪਵੈ, ਆਗੂ ਨੂੰ ਭੁੱਲਾ ਕਰ ਜਾਣੈ। ਆਪ ਤਾਂ ਰਾਹ ਨਹੀਂ ਪਤਾ, ਭਟਕਿਆ ਹੋਇਆ ਇਨਸਾਨ ਹੈ, ਪਰ ਆਪਣੇ ਮੁਖੀ ਨੂੰ ਉਹ ਗਲਤ ਕਹੀ ਜਾਂਦਾ ਹੈ। ਜਿਵੇਂ ਸਿੱਖਾਂ ਦੇ ਵਿੱਚ ਅੱਜ ਚੱਲਿਆ ਹੋਇਆ ਕਿ ਗੁਰੂ ਕੁਝ ਕਹਿੰਦਾ ਹੈ ਤੇ ਆਪ ਕੁਝ ਕਰਦੇ ਨੇ। ਉਹਨਾਂ ਨੂੰ ਇਉਂ ਲੱਗਦਾ ਹੈ ਕਿ ਗੁਰੂ ਤੋਂ ਗਲਤੀਆਂ ਹੋ ਗਈਆਂ, ਅਸੀਂ ਜ਼ਿਆਦਾ ਸਿਆਣੇ ਹਾਂ, ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹ ਗੁਰੂ ਨੂੰ ਪਤਾ ਨਹੀਂ ਸੀ। ਇਉਂ ਲੱਗਦਾ ਹੈ ਕਿ ਗੁਰੂ ਨੇ ਜਾਤ ਪਾਤ ਨੂੰ ਰੋਕਿਆ, ਪਰ ਅਸੀਂ ਜਾਤ ਪਾਤ ਮੰਨਣੀ ਹੈ। ਗੁਰੂ ਨੇ ਨਸ਼ਿਆਂ ਤੋਂ ਰੋਕਿਆ, ਪਰ ਅਸੀਂ ਤਾਂ ਨਸ਼ੇ ਕਰਨੇ ਹੈ। ਗੁਰੂ ਨੇ ਔਰਤ ਨੂੰ ਪੁਰਸ਼ ਨੂੰ ਬਰਾਬਰ ਮੰਨਿਆ, ਪਰ ਅਸੀਂ ਤਾਂ ਵਿਤਕਰਾ ਕਰਨਾ ਹੀ ਕਰਨਾ। ਅਨੇਕਾਂ ਪੱਖ ਨੇ ਜਿਹੜੇ ਗੁਰੂ ਨੇ ਸਾਨੂੰ ਸਮਝਾਏ ਸੀ, ਪਰ ਗੁਰੂ ਨੂੰ ਛੱਡ ਕੇ ਆਪਣੀ ਮੱਤ ਨੂੰ ਅੱਗੇ ਰੱਖ ਰਿਹਾ ਅੱਜ ਦਾ ਸਿੱਖ ਸਮਾਜ। ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਭਾਈ ਸਾਹਿਬ ਕਹਿ ਰਹੇ ਨੇ, ਮਾਨੋ ਅਸੀਂ ਤਾਂ ਰਾਹ ਹੀ ਛੱਡ ਦਿੱਤਾ, ਔਜੜ ਪੈ ਗਏ ਤੇ ਆਪਣੇ ਆਗੂ ਨੂੰ ਵੀ ਅਸੀਂ ਗਲਤ ਮੰਨ ਰਹੇ ਹਾਂ, ਸਮਝ ਰਹੇ ਹਾਂ। ਜੇ ਆਪਣੇ ਗੁਰੂਆਂ ਨੂੰ ਅਸੀਂ ਠੀਕ ਸਮਝਦੇ ਹੁੰਦੇ ਤਾਂ ਉਹਦੇ ਕਹੇ ਤੇ ਉਸ ਰਾਹ ਤੇ ਚੱਲਦੇ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਸੀ। ਬੇੜੇ ਵਿੱਚ ਬਹਾਲੀ ਹੈ, ਕੁੱਦ ਪਵੈ ਵਿੱਚ ਵਹਿਣ ਤਿੰਘਾਣੈ। ਇਹੋ ਜਿਹੇ ਮੂਰਖ ਬੰਦੇ ਨੂੰ ਤਾਂ ਦਰਿਆ ਪਾਰ ਕਰਾਉਣ ਵਾਸਤੇ ਬੇੜੇ ਦੇ ਵਿੱਚ ਬਿਠਾ ਲਈਏ। ਇਹ ਤਾਂ ਬੇੜੇ ਦੇ ਵਿੱਚ ਬੈਠਾ ਬੈਠਾ ਵੀ ਪਤਾ ਨਹੀਂ ਕਿਹੜੇ ਵੇਲੇ ਛਾਲ ਮਾਰ ਕੇ ਦਰਿਆ ਦੇ ਵਿੱਚ ਡੁੱਬ ਜਾਵੇ, ਉੱਥੇ ਵੀ ਰੋਕਿਆ ਹੋਇਆ ਨਹੀਂ ਰੁਕਦਾ। ਉਹਨੂੰ ਲੱਖ ਆਖੀ ਜਾਏ, ਉਹ ਭਾਈ ਪਾਣੀ ਬਹੁਤ ਹੈ, ਬੜਾ ਤੇਜ਼ ਵਗਦਾ ਹੈ, ਤੂੰ ਪਾਰ ਨਹੀਂ ਲੱਗਣਾ। ਕਹਿੰਦਾ ਮੈਂ ਤਾਂ ਬੇੜੇ ਛਾਲ ਮਾਰੂੰਗਾ, ਤੁਸੀਂ ਹਟਾ ਕੇ ਦਿਖਾਓ। ਇਸੇ ਤਰ੍ਹਾਂ ਆਪਾਂ ਦੇਖ ਰਹੇ ਹਾਂ ਆਲੇ ਦੁਆਲੇ ਕਿੰਨੇ ਲੋਕ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ। ਸੁਗੜਾਂ ਵਿੱਚ ਬੈਠਿਆਂ ਬੋਲ ਵਿਗਾੜ ਉਘਾੜ ਵਖਾਣੈ। ਸਿਆਣੇ ਪੁਰਖਾਂ ਦੇ ਵਿੱਚ ਇਹ ਮੂਰਖ ਬੰਦਾ ਬੈਠ ਕੇ ਵੀ ਉਹਨਾਂ ਦੀਆਂ ਸਿਆਣੀਆਂ ਗੱਲਾਂ ਨਹੀਂ ਸੁਣਦਾ, ਬਲਕਿ ਆਪਣੀਆਂ ਜਬਲੀਆਂ ਮਾਰ ਕੇ ਆਪਣਾ ਆਪਾ ਪ੍ਰਗਟ ਕਰਨ ਦਾ। ਉਹ ਸਾਰੇ ਫਿਰ ਹੱਸਦੇ ਨੇ ਕਿ ਕਿੱਡਾ ਮੂਰਖ ਬੰਦਾ ਆ ਕੇ ਵਿੱਚ ਬੈਠ ਗਿਆ, ਸਾਰਾ ਸਵਾਦ ਹੀ ਕਿਰਕਰਾ ਕਰ ਦਿੱਤਾ। ਬਜਾਏ ਇਹ ਸਤਸੰਗ ਨੂੰ ਚੰਗਾ ਬਣਿਆ ਰਹਿਣ ਦੇ, ਚੰਗੀ ਗੱਲ ਸੁਣ ਕੇ ਅਮਲ ਕਰਨ ਦੀ ਥਾਂ ਤੇ ਆਪਣੀ ਮੂਰਖਤਾ ਇੱਥੇ ਵੀ ਪ੍ਰਗਟ ਕਰਨੋਂ ਨਹੀਂ ਹਟਦਾ। ਸਾਨੂੰ ਵੀ ਰੋਕ ਦਿੱਤਾ, ਸਾਡਾ ਵੀ ਮੂਡ ਖਰਾਬ ਕਰ ਦਿੱਤਾ। ਸੁਗੜਾ ਮੂਰਖ ਜਾਣਦਾ, ਆਖ ਸੁਗੜ ਹੋਏ ਵਿਰਤੀ ਹਾਣੈ। ਉਹ ਸਿਆਣਿਆਂ ਨੂੰ ਸਾਰਿਆਂ ਨੂੰ ਮੂਰਖ ਸਮਝਦਾ ਤੇ ਆਪਣੇ ਆਪ ਨੂੰ ਸਾਰਿਆਂ ਤੋਂ ਸਿਆਣਾ ਸਮਝਦਾ, ਹਾਲਾਂਕਿ ਹੈ ਮੂਰਖ। ਦੇਹ ਨੂੰ ਰਾਤ ਵਖਾਣ ਦਾ, ਚਾਮ ਚਿੜਕ ਜਿਵੇਂ ਟਾਨਾਣੈ। ਉਹ ਦਿਨ ਨੂੰ ਰਾਤ ਸਮਝਦਾ ਤੇ ਰਾਤ ਨੂੰ ਦਿਨ ਸਮਝਦਾ। ਜਿਵੇਂ ਚਾਮ ਚਿੜਕ, ਚਮਗਿੱਦੜ ਆਦਿਕ ਰਾਤ ਨੂੰ ਬਾਹਰ ਨਿਕਲਦੇ ਨੇ, ਦਿਨੇ ਬਾਹਰ ਨਹੀਂ ਨਿਕਲਦੇ। ਉਹਨਾਂ ਨੂੰ ਇਉਂ ਲੱਗਦਾ ਕਿ ਸ਼ਾਇਦ ਜਿਹੜਾ ਰਾਤ ਦਾ ਸਮਾਂ ਨਾ ਇਹੋ ਹੀ ਦਿਨ ਹੈ ਸਾਡੇ ਵਾਸਤੇ। ਇਸੇ ਤਰ੍ਹਾਂ ਜਿਹੜੇ ਟਟਹਿਣੇ ਹੁੰਦੇ ਨੇ ਉਹ ਵੀ ਰਾਤਾਂ ਨੂੰ ਬਾਹਰ ਅਸੀਂ ਚਮਕਦੇ ਤੁਰਦੇ ਫਿਰਦੇ ਵੇਖਦੇ ਹਾਂ। ਛੋਟਾ ਛੋਟਾ ਕੀੜਾ ਹੁੰਦਾ ਇੱਕ ਜਿਹੜਾ ਲਾਈਟ ਜੀ ਨਿਕਲਦੀ ਹੈ, ਉਹ ਵੀ ਰਾਤਾਂ ਨੂੰ ਬਾਹਰ ਨਿਕਲਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸਾਡਾ ਦਿਨ ਤਾਂ ਹੁਣੀ ਚੜ੍ਹਿਆ। ਦਿਨੋਂ ਰਾਤ ਬਖਾਣ ਦਾ, ਚਾਮ ਚੜਿਕ ਜਿਵੇਂ ਟਾਨਾਣੈ। ਗੁਰਮਤਿ ਮੂਰਖ ਚਿੱਤ ਨ ਆਣੈ। ਗੁਰਮਤਿ ਮੂਰਖ ਚਿੱਤ ਨ ਆਣੈ। ਮੂਰਖ ਇਨਸਾਨ ਨੂੰ ਗੁਰਮਤਿ ਚੰਗੀ ਨਹੀਂ ਲੱਗਦੀ। ਗੁਰੂ ਦਾ ਉਪਦੇਸ਼, ਗੁਰੂ ਦੀ ਮੱਤ, ਗੁਰੂ ਦਾ ਦੱਸਿਆ ਹੈ ਸੁਚੱਜਾ ਰਾਹ, ਸੋਹਣਾ ਜੀਵਨ ਉਹਨੂੰ ਚੰਗਾ ਨਹੀਂ ਲੱਗਦਾ। ਉਹਨੂੰ ਆਪਣੀ ਮੂਰਖਤਾ ਸਭ ਤੋਂ ਚੰਗੀ ਲੱਗਦੀ ਹੈ। ਸਿੱਖ ਸਮਾਜ ਦੇ ਵਿੱਚ ਇਸੇ ਤਰ੍ਹਾਂ ਹੀ ਬਹੁਤਾ ਵਾਪਰਿਆ ਹੋਇਆ। ਆਪੋ ਆਪਣਾ ਜਿਹੜੀ ਡਫਲੀ ਹਰ ਕੋਈ ਵਜਾ ਰਿਹਾ ਹੈ ਤੇ ਗੁਰਬਾਣੀ ਨੂੰ ਸਮਝਣ ਵਾਲੇ ਕੋਈ ਵਿਰਲੇ ਹੋਣਗੇ। ਹੇ ਭਾਈ, ਉਹ ਵੱਡਾ ਮੂਰਖ ਹੈ ਜੋ ਸਹੀ ਰਾਹ ਛੱਡ ਕੇ ਕੁਰਾਹੇ ਪੈ ਜਾਵੇ। ਮੰਜ਼ਿਲ 'ਤੇ ਉਹ ਕਦੀ ਨਹੀਂ ਪਹੁੰਚ ਸਕੇਗਾ। ਖੁਦ ਨੂੰ ਉਹ ਫਿਰ ਵੀ ਅਕਲਮੰਦ ਸਮਝਦਾ ਹੈ, ਭਾਵੇਂ ਉਹ ਉਜੜ ਦੇ ਵਿੱਚ ਭਟਕਦਾ ਫਿਰਦਾ ਹੋਵੇ। ਆਪਣੇ ਮੁਖੀ ਨੂੰ ਭੁੱਲਿਆ ਹੋਇਆ ਕਹਿਣੋਂ ਉਹ ਸ਼ਰਮ ਨਹੀਂ ਕਰਦਾ। ਅਜਿਹੇ ਮੂਰਖ ਬੰਦੇ ਨੂੰ ਦਰਿਆ ਪਾਰ ਕਰਨ ਲਈ ਬੇੜੇ ਵਿੱਚ ਬਿਠਾ ਦਈਏ ਤਾਂ ਵੀ ਛਾਲ ਮਾਰ ਕੇ ਪਾਣੀ ਵਿੱਚ ਜਾ ਡੁੱਬਦਾ ਹੈ। ਸਿਆਣੇ ਪੁਰਖਾਂ ਵਿੱਚ ਬੈਠ ਕੇ ਉਹਨਾਂ ਦੀਆਂ ਚੰਗੀਆਂ ਗੱਲਾਂ ਨਹੀਂ ਸੁਣਦਾ, ਸਗੋਂ ਖੁਦ ਹੀ ਗਲਤ ਬੋਲ ਕੇ ਆਪਣੀ ਮੂਰਖਤਾ ਪ੍ਰਗਟ ਕਰ ਦਿੰਦਾ ਹੈ। ਆਪਣੀ ਗਲਤੀ ਮੰਨਣ ਦੀ ਥਾਵੇਂ ਸਿਆਣੇ ਪੁਰਖਾਂ ਨੂੰ ਹੀ ਗਲਤ ਆਖੀ ਜਾਂਦਾ ਹੈ। ਦਿਨ ਨੂੰ ਰਾਤ ਆਖੀ ਜਾਵੇਗਾ, ਜਿਵੇਂ ਚਾਮ ਚੜਿਕ ਜਾਂ ਚਮਗਿੱਦੜ ਰਾਤ ਨੂੰ ਹੀ ਬਾਹਰ ਨਿਕਲਦਾ ਹੈ, ਦਿਨੇ ਹਨੇਰੀ ਖੱਡ ਵਿੱਚ ਲੁਕਿਆ ਰਹਿੰਦਾ ਹੈ। ਟਟਹਿਣਾ ਵੀ ਦਿਨੇ ਕਿਧਰੇ ਨਜ਼ਰ ਨਹੀਂ ਆਉਂਦਾ, ਰਾਤ ਨੂੰ ਹੀ ਟੁਰਿਆ ਫਿਰਦਾ ਹੈ। ਮੂਰਖ ਬੰਦੇ ਦੇ ਇਹੀ ਲੱਛਣ ਹਨ। ਉਹ ਗੁਰੂ ਦੀ ਚੰਗੀ ਮੱਤ ਨੂੰ ਵੀ ਪ੍ਰਵਾਨ ਨਹੀਂ ਕਰਦਾ, ਆਪਣੀ ਮੱਤ ਨੂੰ ਹੀ ਵੱਡੀ ਕਰਕੇ ਸਮਝਦਾ ਹੈ। ਕਿਵੇਂ? ਹੁਣ ਤੇ ਹੱਸਣ ਨੂੰ ਦਿਲ ਕਰੇਗਾ ਨਾ, ਜ਼ਰੂਰ ਹੱਸ ਲਿਆ ਕਰੋ ਖੁੱਲ੍ਹ ਕੇ। ਇਹ ਤੰਦਰੁਸਤੀ ਵਾਸਤੇ ਬਹੁਤ ਜ਼ਰੂਰੀ ਹੈ ਤੇ ਸਾਡੇ ਪ੍ਰਚਾਰਕਾਂ ਨੇ ਸਾਨੂੰ ਗਹਿਰ ਗੰਭੀਰ ਰਹਿਣਾ ਤੇ ਵੈਰਾਗ ਦੇ ਹੰਝੂ ਕੇਰਨਾ, ਰੋਂਦੇ ਰਹਿਣਾ, ਚੁੱਪ ਰਹਿਣਾ, ਉਦਾਸ ਰਹਿਣਾ, ਇਹ ਬਹੁਤ ਕੁਝ ਬਾਰ-ਬਾਰ ਪ੍ਰਚਾਰ ਕਰਕੇ ਸਾਨੂੰ ਉਦਾਸੀ ਦੇ
ਮੂਰਖਤਾ ਭਰੇ ਸਾਗਰ ਦੇ ਵਿੱਚ ਡੋਬ ਦਿੱਤਾ ਹੈ, ਹੱਸਣੋਂ ਖੇਲਣੋਂ ਸਾਨੂੰ ਰੋਕ ਦਿੱਤਾ ਹੈ। ਮੈਂ ਤਾਂ ਇਸ ਕਿਤਾਬ ਦਾ ਨਾਮ ਵੀ ਤਾਂ ਹੀ ਗੁਰਬਾਣੀ ਦੀ ਪੰਕਤੀ ਲੈ ਕੇ ਰੱਖਿਆ ਇਸੇ ਕਰਕੇ, ਹਸਤ ਖੇਲਤ ਤੇਰੇ ਦਿਹੁਰੇ ਆਇਆ। ਅਸੀਂ ਤਾਂ ਹੱਸਦੇ ਹਾਂ ਖੇਲਦੇ ਹਾਂ, ਤੇਰੇ ਦਰ 'ਤੇ ਆਏ ਹਾਂ ਅਤੇ ਹੱਸਦੇ ਖੇਲਦੇ ਹੀ ਰਵਾਂਗੇ। ਤੁਸੀਂ ਵੀ ਹੱਸ ਲਿਆ ਕਰੋ। ਆਖੋ ਸਤਿਨਾਮ।